कृष्णा। सो आज ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਹੈ ਭਗਵਦ ਗੀਤਾ ਪਹਿਲਾ ਅਧਿਆਇ ਤੇ ਸ਼ਲੋਕ ਨੰਬਰ 30। ਜਿੱਦਾਂ ਅਸੀਂ ਪਿੱਛੇ ਦੇਖਿਆ ਕਿ ਭਗਵਦ ਗੀਤਾ ਦੇ ਜੋ ਪਿਛਲੇ ਲੈਕਚਰਸ ਨੇ, ਜੋ ਜਿਹੜੇ ਜਿਹੜੇ ਡਿਵੋਟੀਜ਼ ਕੰਟੀਨਿਊਸਲੀ ਲੈਕਚਰ ਲਗਾ ਰਹੇ ਨੇ, ਉਹਨਾਂ ਨੇ ਪਹਿਲਾਂ ਸੁਣਿਆ ਹੋਵੇਗਾ ਕਿ ਕਿੱਦਾਂ ਯੁੱਧ ਦੀ ਜਿਹੜੀ ਹੈ ਰੂਪਰੇਖਾ ਤਿਆਰ ਹੋਈ ਹੈ। ਇੱਕ ਪਾਸੇ ਪਾਂਡਵ ਖੜੇ ਨੇ, ਇੱਕ ਪਾਸੇ ਕੌਰਵ ਖੜੇ ਨੇ, ਔਰ ਦੋਨੋਂ ਜਿਹੜੇ ਨੇ ਯੁੱਧ ਕਰਨ ਦੇ ਲਈ ਯੁੱਧ ਦੇ ਮੈਦਾਨ ਵਿੱਚ ਆ ਗਏ ਨੇ। ਔਰ ਉਸ ਤੋਂ ਬਾਅਦ ਦੋਨੋਂ ਸਾਈਡਾਂ ਤੋਂ ਸ਼ੰਖ ਵੱਜਦੇ ਨੇ ਔਰ ਯੁੱਧ ਦਾ ਜਿਹੜਾ ਸ਼ੁਭਾਰੰਭ ਹੁੰਦਾ ਹੈ। ਔਰ ਸ਼ੁਭਾਰੰਭ ਹੋਣ ਤੋਂ ਬਾਅਦ ਅਰਜੁਨ ਭਗਵਾਨ ਨੂੰ ਕਹਿੰਦਾ ਕਿ ਭਗਵਾਨ ਤੁਸੀਂ ਮੇਰਾ ਜਿਹੜਾ ਰੱਥ ਹੈ ਇਹਨੂੰ ਯੁੱਧ ਦੇ ਸੈਂਟਰ ਦੇ ਵਿੱਚ ਲੈ ਜਾਓ, ਤਾਂ ਕਿ ਮੈਂ ਦੇਖਾਂ ਤਾਂ ਸਹੀ ਮੇਰੇ ਨਾਲ ਲੜਨ ਲਈ ਕੌਣ ਕੌਣ ਆਇਆ। ਜਦੋਂ ਭਗਵਾਨ ਅਰਜੁਨ ਦੇ ਰੱਥ ਨੂੰ ਸੈਂਟਰ 'ਚ ਲੈ ਜਾਂਦੇ ਆ ਔਰ ਸਾਹਮਣੇ ਦਿਖਾਉਂਦੇ ਆ ਕਿ ਅਰਜੁਨ ਜਦੋਂ ਦੇਖਦਾ ਕਿ ਸਾਹਮਣੇ ਮੇਰੇ ਗੁਰੂ, ਮੇਰੇ ਦਾਦਾ ਜਾਂ ਜੋ ਵੀ ਉਹਦੇ ਰਿਸ਼ਤੇਦਾਰ ਨੇ, ਜਿਹੜੇ ਉਹਦੇ ਕਿੰਸਮੈਨ ਨੇ, ਜਿਹੜੇ ਰਿਲੇਟਿਵਸ ਨੇ, ਉਹ ਸਾਹਮਣੇ ਖੜੇ ਨੇ। ਅਰਜੁਨ ਐਕਚੁਅਲੀ ਆਇਆ ਤਾਂ ਯੁੱਧ ਕਰਨ ਸੀ, ਬਟ ਜਦੋਂ ਉਹ ਦੇਖਦਾ ਸਾਹਮਣੇ ਕਿ ਮੇਰੇ ਸਾਰੇ ਰਿਸ਼ਤੇਦਾਰ ਮੇਰੇ ਸਾਹਮਣੇ ਖੜੇ ਆ, ਉਹ ਦੇਖ ਕੇ ਭਗਵਾਨ ਨੂੰ ਕਹਿੰਦਾ ਕਿ ਭਗਵਾਨ ਨਹੀਂ, ਮੈਂ ਯੁੱਧ ਨਹੀਂ ਕਰ ਸਕਦਾ। ਅਰਜੁਨ ਕਹਿੰਦਾ ਕਿ ਮੇਰਾ ਜਿਹੜਾ ਗਾਂਡੀਵ ਹੈ ਭਗਵਾਨ ਨੂੰ ਮੇਰੇ ਕੋਲ ਫੜਿਆ ਹੀ ਨਹੀਂ ਜਾ ਰਿਹਾ। ਅਰਜੁਨ ਇੰਨਾ ਡਰ ਗਿਆ। ਉਹਦਾ ਗਾਂਡੀਵ, ਉਹ ਕਹਿੰਦਾ ਮੇਰਾ ਗਾਂਡੀਵ ਜਿਹੜਾ ਮੇਰੇ ਹੱਥ ਤੋਂ ਸਰਕ ਰਿਹਾ ਹੈ ਔਰ ਮੇਰਾ ਜਿਹੜਾ ਮੂੰਹ ਹੈ ਉਹ ਸੁੱਕ ਰਿਹਾ, ਭਗਵਾਨ ਮੈਂ ਹੁਣ ਕੁਝ ਨਹੀਂ ਕਰ ਸਕਦਾ, ਮੈਂ ਯੁੱਧ ਨਹੀਂ ਕਰ ਸਕਦਾ। ਜਿਹੜਾ ਸਾਡਾ 30ਵਾਂ ਸ਼ਲੋਕ ਹੈ ਉਹਦੇ ਵਿੱਚ ਅਰਜੁਨ ਭਗਵਾਨ ਨੂੰ ਕਹਿ ਰਿਹਾ ਹੈ, मैं पहला हिंदी च पढ़ांगा फिर ट्रांसलेट करांगा पंजाबी च। अर्जुन कह रहा है मैं यहाँ बहुत अधिक खड़ा रहने में असमर्थ हूँ कि भगवान मैं इत्थे खड़ा नहीं हो सकता हूँ युद्ध मैदान दे विच। हाले तो युद्ध कीता भी नहीं अर्जुन ने, बस देख के डर गया। क्यों डर गया ਇਹਦੇ ਬਾਰੇ ਆਪਾਂ डिस्कस करांगे कि अर्जुन क्यों डर गया। मैं अपने को भूल रहा हूँ। अर्जुन कह रहा है कि मैं अपने आप ਨੂੰ ਭੁੱਲ ਰਿਹਾ ਤੇ ਮੇਰਾ ਜਿਹੜਾ ਸਿਰ ਹੈ ਉਹ ਚਕਰਾ ਰਿਹਾ, ਮੇਰੇ ਨੂੰ ਚੱਕਰ ਆ ਰਿਹਾ। हे कृष्ण मुझे तो केवल अमंगल के कारण दिख रहे हैं। अर्जुन ਜਿਹੜਾ ਭਗਵਾਨ ਨੂੰ ਕਹਿ ਰਿਹਾ ਕਿ ਮੈਨੂੰ ਸਿਰਫ ਅਮੰਗਲ ਹੀ ਦਿਖ ਰਿਹਾ, ਮੈਨੂੰ ਕੁਝ ਲੱਗ ਨਹੀਂ ਰਿਹਾ ਕਿ ਕੁਝ ਇਹਦਾ ਬੈਨੀਫਿਟ, ਮਤਲਬ ਸਾਨੂੰ ਯੁੱਧ ਕਰਕੇ ਸਾਨੂੰ ਕੋਈ ਬੈਨੀਫਿਟ ਹੋ ਸਕਦਾ ਹੈ। ਤਾਂ ਪੁਆਇੰਟ ਇਹ ਹੈ ਕਿ ਪਹਿਲੀ ਗੱਲ ਤਾਂ ਅਰਜੁਨ ਜਿਹੜਾ ਕਹਿ ਰਿਹਾ ਕਿ ਮੈਂ ਇੱਥੇ ਖੜਾ ਨਹੀਂ ਹੋ ਸਕਦਾ, ਮੈਨੂੰ ਚੱਕਰ ਆ ਰਿਹਾ, ਮੈਂ ਆਪਣੇ ਆਪ ਨੂੰ ਭੁੱਲ ਰਿਹਾ। ਇਹੋ ਜਿਹੀ ਸਿਚੁਏਸ਼ਨ ਕਦੋਂ ਕ੍ਰੀਏਟ ਹੁੰਦੀ ਹੈ? ਤੁਸੀਂ ਕਈ ਵਾਰ ਇਦਾਂ ਤੁਹਾਡੇ ਨਾਲ ਵੀ ਹੋਇਆ ਹੋਏਗਾ, ਜਿੱਦਾਂ ਤੁਸੀਂ ਮਤਲਬ ਕੋਈ ਤੁਹਾਡਾ ਬਹੁਤ ਕਲੋਜ਼ ਰਿਲੇਟਿਵ ਆ, ਹਨਾ, ਉਹਨੂੰ ਕਦੀ ਸੱਟ ਲੱਗ ਗਈ ਹੈ ਜਾਂ ਤੁਹਾਡਾ ਕੋਈ ਫੈਮਿਲੀ ਮੈਂਬਰ ਆ ਜਾਂ ਉਹ ਡੈਡ ਬੈੱਡ ਤੇ ਮਤਲਬ ਤੁਹਾਡੇ ਸਾਹਮਣੇ ਮਰਨ ਹੀ ਵਾਲਾ, ਤਾਂ ਤੁਸੀਂ ਕਈ ਵਾਰੀ ਉਹਨੂੰ ਦੇਖ ਕੇ ਬੇਹੋਸ਼ ਵੀ ਹੋ ਜਾਂਦੇ ਹੋ, ਹਨਾ। ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਆ ਜਾਂਦੀ ਹੈ, ਹਸਪੀਟਲ ਜਾਂਦੇ ਹੋ, ਕੋਈ ਇਹੋ ਜਿਹੀ ਸਿਚੁਏਸ਼ਨ ਤੁਹਾਡੇ ਸਾਹਮਣੇ ਹੁੰਦੀ, ਤੁਹਾਨੂੰ ਵੀ ਚੱਕਰ ਆਣੇ ਸ਼ੁਰੂ ਹੋ ਜਾਂਦੇ ਆ। ਚੱਕਰ ਆਣੇ ਕਿਉਂ ਸ਼ੁਰੂ ਹੋ ਜਾਂਦੇ ਆ? ਚੱਕਰ ਆਣੇ ਇਸ ਕਰਕੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਅਸੀਂ ਉਸ ਵਿਅਕਤੀ ਦੇ ਨਾਲ ਬਹੁਤ ਜ਼ਿਆਦਾ ਅਟੈਚ ਹੁੰਦੇ ਹਾਂ। ਜਦੋਂ ਅਸੀਂ ਅਟੈਚ ਹੁੰਦੇ ਹਾਂ ਬਹੁਤ ਜ਼ਿਆਦਾ ਕਿਸੇ ਵਿਅਕਤੀ ਦੇ ਨਾਲ, ਸਾਨੂੰ ਲੱਗਦਾ ਕਿ ਵਿਅਕਤੀ ਸਾਨੂੰ ਛੱਡ ਕੇ ਜਾ ਰਿਹਾ। ਜਦੋਂ ਸਾਨੂੰ ਲੱਗਦਾ ਉਹ ਸਾਨੂੰ ਛੱਡ ਕੇ ਜਾ ਰਿਹਾ ਤੇ ਜਿਹੜੀਆਂ ਸਹੂਲਤਾਂ ਉਹ ਸਾਨੂੰ ਦਿੰਦਾ ਰਿਹਾ ਆ ਜਾਂ ਜੋ ਵੀ ਫੈਸਿਲਿਟੀ ਸਾਨੂੰ ਉਹਦੇ ਕੋਲ ਮਿਲਦੀਆਂ ਉਹ ਸਾਨੂੰ ਨਹੀਂ ਮਿਲਣਗੀਆਂ, ਤਾਂ ਸਾਨੂੰ ਥੋੜੀ ਘਬਰਾਹਟ ਹੁੰਦੀ ਹੈ ਔਰ ਸਾਨੂੰ ਚੱਕਰ ਵੀ ਆਉਂਦੇ ਆ। ਇਹਦਾ ਮੇਨ ਚੱਕਰ ਆਉਣ ਦਾ ਰੀਜ਼ਨ ਕੀ ਹੈ? ਅਸੀਂ ਅਸਕਤ ਹਾਂ ਚੀਜ਼ਾਂ ਦੇ ਨਾਲ, ਅਸੀਂ ਰਿਸ਼ਤੇਦਾਰਾਂ ਦੇ ਨਾਲ ਅਸਕਤ ਹਾਂ, ਇਸ ਕਰਕੇ ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਸਾਡੇ ਨਾਲ ਵੀ ਹੁੰਦੀ ਹੈ। ਇਸ ਸ਼ਲੋਕ ਦੇ ਵਿੱਚ ਕੀ ਹੈ ਕਿ ਅਰਜੁਨ ਭਗਵਾਨ ਨੂੰ ਕਹਿ ਰਿਹਾ ਕਿ ਮੈਂ ਯੁੱਧ ਨਹੀਂ ਕਰ ਸਕਦਾ, ਮੈਂ ਇੱਥੇ ਖੜਾ ਨਹੀਂ ਹੋ ਸਕਦਾ, ਮੈਂ ਆਪਣੇ ਆਪ ਨੂੰ ਭੁੱਲ ਰਿਹਾ ਵਾਂ ਔਰ ਮੇਰਾ ਜਿਹੜਾ ਸਿਰ ਉਹ ਚੱਕਰ ਖਾ ਰਿਹਾ ਹੈ ਤੇ ਮੈਨੂੰ ਤੇ ਕੇਵਲ ਅਮੰਗਲ ਹੀ ਦਿਖਦਾ, ਇਹਦੇ ਚ ਕੁਝ ਮੈਨੂੰ ਮੰਗਲ, ਕੋਈ ਚੰਗੀ ਚੀਜ਼ ਮੈਨੂੰ ਨਜ਼ਰ ਨਹੀਂ ਆਉਂਦੀ ਯੁੱਧ ਦੇ ਵਿੱਚ। ਹੁਣ ਪੁਆਇੰਟ ਹੈ ਕਿ ਅਰਜੁਨ ਜਿਹੜਾ ਆ ਉਹ ਆਇਆ ਤਾਂ ਯੁੱਧ ਦੇ ਮੈਦਾਨ 'ਚ ਯੁੱਧ ਕਰਨ ਸੀ, ਬਟ ਜੋ ਸਾਹਮਣੇ ਆਪਣੇ ਰਿਸ਼ਤੇਦਾਰਾਂ ਨੂੰ ਦੇਖਦਾ ਤਾਂ ਉਹ ਦੇਖਦਾ ਕਿ ਮੈਂ ਯੁੱਧ ਕਰਨ ਤੋਂ ਜਿਹੜਾ ਆ ਉਹ ਅਪੋਜ਼ ਹੋ ਜਾਂਦਾ, ਪਿੱਛੇ ਹਟਣ ਦੀ ਕੋਸ਼ਿਸ਼ ਕਰਦਾ ਯੁੱਧ ਤੋਂ। ਤਾਂ ਹੁਣ ਪੁਆਇੰਟ ਇਹ ਹੈ ਕਿ ਇੱਥੇ ਇੱਕ ਸ਼ਬਦ ਹੈ ਇਸ ਸ਼ਲੋਕ ਦੇ ਵਿੱਚ ਆਉਂਦਾ, ਨਿਮਿਤਾਨੀ ਚ ਪਸ਼ਿਆਮੀ ਵਿਪਰੀਤਾਨੀ ਕੇਸ਼ਵਾ। ਪਹਿਲੀ ਗੱਲ ਹੈ ਕਿ ਅਰਜੁਨ ਭਗਵਾਨ ਨੂੰ ਜਿਹੜਾ ਉਹ ਕੇਸ਼ਵ ਕਹਿ ਕੇ ਸੰਬੋਧਿਤ ਕਰ ਰਿਹਾ ਹੈ। ਕੇਸ਼ਵ ਕਹਿ ਕੇ ਸੰਬੋਧਿਤ ਕਰ ਰਿਹਾ ਕਿਉਂਕਿ ਕੇਸ਼ਵ ਦਾ ਅਰਥ ਹੈ ਕਿ ਭਗਵਾਨ ਨੇ ਕੇਸ਼ੀ ਡੈਮਨ ਦਾ ਜਿਹੜਾ ਰਾਖਸ਼ਸ ਦਾ ਵਧ ਕੀਤਾ ਸੀਗਾ। ਤਾਂ ਉਦਾਂ ਹੀ ਅਰਜੁਨ ਭਗਵਾਨ ਨੂੰ ਕਹਿ ਰਿਹਾ ਕਿ ਜਿੱਦਾਂ ਤੁਸੀਂ ਉਸ ਰਾਖਸ਼ਸ ਦਾ ਵਧ ਕੀਤਾ ਸੀ, ਉਦਾਂ ਤੁਸੀਂ ਮੇਰੇ ਅੰਦਰ ਜਿਹੜਾ ਅੰਧਕਾਰ ਆ ਚੁੱਕਿਆ ਹੈ ਕਿ ਮੈਂ ਆਪਣੀ ਡਿਊਟੀਜ਼ ਤੋਂ ਭੱਜ ਰਿਹਾ ਵਾਂ, ਇਹਦੇ ਤੋਂ ਤੁਸੀਂ ਮੈਨੂੰ ਛੁਟਕਾਰਾ ਦਿਵਾਓ। ਇਸ ਕਰਕੇ ਭਗਵਾਨ ਨੂੰ ਕੇਸ਼ਵ ਕਹਿ ਕੇ ਸੰਬੋਧਿਤ ਕਰ ਰਿਹਾ ਹੈ। ਦੂਜੀ ਗੱਲ ਹੈ ਕਿ ਇੱਥੇ ਇੱਕ ਸ਼ਬਦ ਹੈ ਵਿਪਰੀਤਾਨੀ। ਵਿਪਰੀਤਾਨੀ ਦਾ ਅਰਥ ਹੁੰਦਾ ਆ ਆਪੋਜ਼ਿਟ, ਕਿ ਸੰਸਾਰ ਦੇ ਵਿੱਚ ਆਪਾਂ ਜੋ ਵੀ ਐਫਰਟ ਕਰਦੇ ਹਾਂ, ਜੋ ਵੀ ਅਸੀਂ ਕੰਮ ਕਰਦੇ ਹਾਂ, ਉਹਦਾ ਸਾਨੂੰ ਆਪੋਜ਼ਿਟ ਰਿਜ਼ਲਟ ਮਿਲਦਾ। ਫੋਰ ਐਗਜ਼ਾਮਪਲ ਆਪਾਂ ਦਿਨ ਤੋਂ ਲੈ ਕੇ ਰਾਤ ਤੱਕ ਕੜੀ ਮਿਹਨਤ ਕਰਦੇ ਰਹਿੰਦੇ ਹਾਂ, ਸਾਰਾ ਦਿਨ ਲੱਗੇ ਰਹਿੰਦੇ ਹਾਂ, ਸਾਨੂੰ ਲੱਗਦਾ ਕਿ ਅਸੀਂ ਖੁਸ਼ ਹੋ ਜਾਵਾਂਗੇ, ਅਸੀਂ ਹੈਪੀਨੈਸ ਸਾਨੂੰ ਮਿਲ ਜਾਏਗੀ, ਆਪਾਂ ਸੈਟਿਸਫਾਈ ਹੋ ਜਾਵਾਂਗੇ, ਬਟ ਐਕਚੁਅਲੀ ਆਪਾਂ ਸੈਟਿਸਫਾਈ ਨਹੀਂ ਹੋ ਪਾਉਂਦੇ। ਇੱਕ ਛੋਟਾ ਬੱਚਾ ਹੈ, ਛੋਟਾ ਬੱਚਾ ਜਿਹੜਾ ਹੁੰਦਾ ਜਦੋਂ ਸਮਾਲ ਹੁੰਦਾ ਆ, ਉਹਨੂੰ ਹਰ ਇੱਕ ਚੀਜ਼, ਉਹਨੂੰ ਹੈਪੀਨੈਸ ਮਿਲਦੀ ਹੈ, ਕੋਈ ਵੀ ਚੀਜ਼ ਫੜ ਕੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰਦਾ, ਉਹਦੀ ਹੈਪੀਨੈਸ ਦਾ ਜਿਹੜਾ ਦਾਇਰਾ ਉਹ ਆਪਣੇ ਤੱਕ ਸੀਮਿਤ ਹੁੰਦਾ, ਉਹ ਆਪਣੇ ਆਪ ਨੂੰ ਸੈਟੀਸਫਾਈ ਕਰਕੇ ਖੁਸ਼ ਹੋਣਾ ਚਾਹੁੰਦਾ। ਲੇਕਿਨ ਜਦੋਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਜਦੋਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਸਾਡੀ ਜਿਹੜੀ ਆ ਹੈਪੀਨੈਸ ਦਾ ਜਿਹੜਾ ਏਰੀਆ ਉਹ ਐਕਸਪੈਂਡ ਹੁੰਦਾ ਜਾਂਦਾ।
ਫੋਰ ਐਗਜ਼ਾਮਪਲ ਜਿੱਦਾਂ ਇੱਕ ਪਿਤਾ ਆ, ਪਿਤਾ ਨੂੰ ਲੱਗਦਾ ਕਿ ਉਹ ਉਦੋਂ ਖੁਸ਼ ਹੋਊਗਾ ਕਿ ਜਦੋਂ ਉਹਦੇ ਬੱਚੇ ਖੁਸ਼ ਹੋਣਗੇ, ਤਾਂ ਜਿਹੜੀ ਮਾਂ ਆ ਉਹਨੂੰ ਲੱਗਦਾ ਕਿ ਉਦੋਂ ਜਦੋਂ ਉਹਦੇ ਬੱਚੇ ਖੁਸ਼ ਹੋਣਗੇ ਜਾਂ ਉਹਦਾ ਜਦੋਂ ਹਸਬੈਂਡ ਖੁਸ਼ ਹੋਊਗਾ ਤਾਂ ਉਹ ਖੁਸ਼ ਹੋਊਗੀ। ਉਹਦੀ ਜਿਹੜੀ ਖੁਸ਼ੀ ਆ ਉਹ ਦੂਸਰੇ ਦੇ ਨਾਲ ਜੁੜ ਜਾਂਦੀ ਹੈ। ਤੋ ਜਦੋਂ ਜਦੋਂ ਅਸੀਂ ਵੱਡੇ ਹੁੰਦੇ ਜਾਂਦੇ ਆ, ਸਾਡੀ ਜਿਹੜੀ ਹੈਪੀਨੈਸ ਹੈ ਉਹਦੇ ਜਿਹੜੇ ਮਾਇਨੇ ਉਹ ਬਦਲਦੇ ਜਾਂਦੇ ਆ, ਬਟ ਐਕਚੁਅਲ ਚ ਅਸੀਂ ਖੁਸ਼ ਹੋ ਹੀ ਨਹੀਂ ਪਾਉਂਦੇ। ਮੈਂ ਕਿੰਨੇ ਸਾਰੇ ਮੇਰੇ ਜਿਹੜੇ ਕਲੀਗਸ ਨੇ, ਮੈਂ ਉਹਨਾਂ ਦੇ ਨਾਲ ਸ਼ੇਅਰ ਕੀਤਾ, ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਲਾਈਫ ਦਾ ਏਮ ਕੀ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ। ਮੈਂ ਇੱਥੇ ਪੜਾਂਗਾ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਮੈਨੂੰ ਸਾਰੇ ਜਿਹੜੇ ਮੇਰੇ ਕਲੀਗਸ ਨੇ ਉਹਨਾਂ ਨੇ ਮੈਨੂੰ ਕੀ ਕੀ ਜਵਾਬ ਦਿੱਤੇ। ਵਨ ਬਾਏ ਵਨ ਕਰਕੇ ਮੈਂ ਪੜਾਂਗਾ ਉਹਨਾਂ ਦੇ ਐਕਸਪੀਰੀਅੰਸ। ਮੈਂ ਪਰਸਨਲੀ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਲੱਗਦਾ ਤੁਹਾਡੀ ਲਾਈਫ 'ਚ ਤੁਹਾਨੂੰ ਕੀ ਕਰਨਾ ਚਾਹੀਦਾ, ਵਾਟ ਯੂ ਸ਼ੁਡ ਡੂ। ਸੋ ਇੱਕ ਲੀਗ ਨੇ ਮੈਨੂੰ ਕਿਹਾ ਕਿ ਮੈਂ ਡਟ ਕੇ ਮਿਹਨਤ ਕਰਨਾ ਚਾਹੁੰਦਾ ਵਾਂ, ਮੈਂ ਇਹ ਚਾਹੁੰਦਾ ਕਿ ਪ੍ਰਮਾਤਮਾ ਦੀ ਕਿਰਪਾ ਮੇਰੇ ਤੇ ਬਣੀ ਰਵੇ, ਮੈਂ ਵੈਲ ਸੈਟਲ ਹੋਣਾ ਚਾਹੁੰਦਾ ਵਾਂ। ਫਿਰ ਦੂਜੇ ਨੂੰ ਪੁੱਛਿਆ, ਮੈਂ 10-12 ਜਣੇ, ਮੈਂ 10 ਦੇ ਪੜਾਂਗਾ। ਦੂਜੇ ਨੇ ਕਿਹਾ ਕਿ ਮੈਂ ਵੈਲ ਸੈਟਲ ਹੋਣਾ ਚਾਹੁੰਦਾ ਵਾਂ, ਮੈਂ ਇਹ ਚਾਹੁੰਦਾ ਕਿ ਮੇਰੀ ਅਰਨਿੰਗ ਇਦਾਂ ਦੀ ਹੋਵੇ ਕਿ ਮੇਰੀ 50,000 ਤੋਂ 80,000 ਤੱਕ ਮੇਰੀ ਅਰਨਿੰਗ ਹੋਵੇ, ਮੇਰੇ ਜਿਹੜੇ ਬੱਚੇ ਨੇ ਉਹ ਵਧੀਆ ਇਨਸਾਨ ਬਣਨ, ਤੇ ਰੱਬ ਨਾਲ ਮੈਂ ਜੁੜਨਾ ਚਾਹੁੰਦਾ ਵਾਂ। ਉਹਨੇ ਮੈਨੂੰ ਇਹ ਗੱਲ ਕਹੀ ਕਿ ਮੈਂ ਰੱਬ ਨਾਲ ਜੁੜਨਾ ਚਾਹੁੰਦਾ। ਤੀਜੇ ਮੇਰੇ ਕਲੀਗ ਨੇ ਕਿਹਾ ਕਿ ਮੈਂ ਚਾਹੁੰਦਾ ਕਿ ਮੇਰੇ ਬੇਟੇ ਦੀ ਜਿਹੜੀ ਲਾਈਫ ਹੈ ਉਹ ਸੈਟਲ ਹੋ ਜਾਵੇ, ਉਹ ਚੰਗਾ ਇਨਸਾਨ ਬਣੇ, ਹੈਨਾ, ਤੇ ਮੈਂ ਦੂਸਰਿਆਂ ਦੀ ਹੈਲਪ ਕਰਨਾ ਚਾਹੁੰਦਾ ਵਾਂ, ਮੈਂ ਸਕਸੈਸਫੁਲ ਹੋਣਾ ਚਾਹੁੰਦਾ ਵਾਂ, ਲੋਕ ਮੇਰੀ ਪ੍ਰੇਸ ਕਰਨ। ਉਹਨੇ ਕਿਹਾ ਕਿ ਮੈਂ ਚਾਹੁੰਦਾ ਕਿ ਲੋਕ ਮੇਰੀ ਪ੍ਰੇਸ ਕਰਨ। ਤਾਂ ਇੱਕ ਮੈਂ ਕਲੀਗ ਨੂੰ ਪੁੱਛਿਆ ਕਿ ਤੁਹਾਡੀ ਲਾਈਫ ਦਾ ਕੀ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ। ਉਹਨੇ ਕਿਹਾ ਕਿ ਮੈਂ ਕੁਝ ਨਹੀਂ ਸੋਚਿਆ, ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਮੈਂ ਕੀ ਕਰਨਾ ਚਾਹੁੰਦਾ, ਪਤਾ ਹੀ ਨਹੀਂ, ਕੁਝ ਵੀ ਪਤਾ ਹੀ ਨਹੀਂ ਹੈ। ਤੇ ਇੱਕ ਨੂੰ ਪੁੱਛਿਆ, ਉਹਨੇ ਦੱਸਿਆ ਕਿ ਬੱਚੇ ਨੂੰ ਮੈਂ ਆਪਣੇ ਨੂੰ ਸੈੱਟ ਕਰਨਾ ਚਾਹੁੰਦਾ ਵਾਂ, ਮੈਂ ਸੈਟੀਸਫਾਈ ਹੋਣਾ ਚਾਹੁੰਦਾ ਵਾਂ। ਮਤਲਬ ਪੁਆਇੰਟ ਹੈ ਕਿ ਜਿੰਨੇ ਵੀ ਲੋਕਾਂ ਨੂੰ ਪੁੱਛਿਆ ਉਹ ਸਾਰੇ ਇਹੀ ਚਾਹੁੰਦੇ ਆ, ਸਾਰਿਆਂ ਨੇ ਇਹੀ ਕਿਹਾ ਕਿ ਮੈਂ ਸੈਟੀਸਫਾਈ ਨਹੀਂ ਆ, ਮੇਰੀ ਲਾਈਫ ਜਿਹੜੀ ਹੈ ਸਟ੍ਰੈਸ ਫ੍ਰੀ ਨਹੀਂ ਹੈ, ਮੈਂ ਖੁਸ਼ ਨਹੀਂ ਆ। ਉਹੀ ਗੱਲ ਇੱਥੇ ਅਰਜੁਨ ਦੇ ਨਾਲ ਵੀ ਹੈ। ਅਰਜੁਨ ਐਕਚੁਅਲੀ ਆਇਆ ਤਾਂ ਯੁੱਧ ਕਰਨਾ, ਲੇਕਿਨ ਆ ਕੇ ਉੱਥੇ ਯੁੱਧ ਤੋਂ ਮੁੜ ਰਿਹਾ ਹੈ ਨਾ, ਔਰ ਭਗਵਾਨ ਨੂੰ ਕਹਿ ਰਿਹਾ ਕਿ ਮੈਂ ਯੁੱਧ ਨਹੀਂ ਕਰ ਸਕਦਾ। ਬਿਲਕੁਲ ਆਪੋਜ਼ਿਟ ਹੋ ਗਿਆ ਇੱਥੇ ਆ ਕੇ, ਮਤਲਬ ਜੋ ਕਰਨਾ ਚਾਹੁੰਦਾ ਸੀ ਉਹ ਤੋਂ ਬਿਲਕੁਲ ਹੀ ਵਿਪਰੀਤ ਹੋ ਗਿਆ। ਐਕਚੁਅਲ ਸਾਡੀ ਲਾਈਫ ਵੀ ਇਦਾਂ ਹੀ ਆ, ਆਪਾਂ ਚਾਹੁੰਦੇ ਤਾਂ ਹੈਪੀਨੈਸ ਆ, ਹੈ ਨਾ, ਆਪਾਂ ਆਪਣੀ ਲਾਈਫ ਦੇ ਵਿੱਚ ਹੈਪੀਨੈਸ ਚਾਹੁੰਦੇ ਆ ਕਿ ਸਾਡੀ ਲਾਈਫ ਸਟ੍ਰੈਸ ਫ੍ਰੀ ਹੋਵੇ, ਅਸੀਂ ਸਟ੍ਰੈਸ ਤੋਂ ਦੂਰ ਰਹੀਏ, ਬਟ ਆਪਾਂ ਸਟ੍ਰੈਸ ਤੋਂ ਦੂਰ ਨਹੀਂ ਰਹਿੰਦੇ। ਅਸੀਂ ਜਿੰਨਾ ਵੀ ਕੰਮ ਕਰਦੇ, ਜਿੰਨਾ ਅਸੀਂ ਕੰਮ ਕਰੀ ਜਾਂਦੇ ਉਹਨੇ ਹੋਰ ਸਟ੍ਰੈਸ ਹੋਈ ਜਾਂਦੇ ਆ, ਜਿੰਨੇ ਅਸੀਂ ਪੈਸੇ ਜ਼ਿਆਦਾ ਕਮਾਈ ਜਾਂਦੇ ਹਾਂ ਉਨੀ ਸਟ੍ਰੈਸ ਸਾਡੀ ਵੱਧਦੀ ਜਾਂਦੀ ਹੈ। ਆਪਾਂ ਪਹਿਲਾਂ ਸੋਚਦੇ ਹਾਂ ਕਿ ਜਦੋਂ ਮੈਂ ਕੁਆਰਾ ਵਾਂ, ਜਦੋਂ ਮੇਰਾ ਵਿਆਹ ਹੋ ਜਾਊਗਾ ਤਾਂ ਮੈਂ ਥੋੜਾ ਖੁਸ਼ ਹੋ ਜਾਊਗਾ, ਹੈਪੀਨੈਸ ਮੈਨੂੰ ਮਿਲ ਜਾਊਗੀ, ਬਟ ਹੈਪੀਨੈਸ ਨਹੀਂ ਮਿਲਦੀ। ਵਿਪਰੀਤਾਂ ਨਹੀਂ ਮਤਲਬ ਆਪੋਜ਼ਿਟ। ਇਸ ਸੰਸਾਰ ਦੇ ਵਿੱਚ ਹਰ ਚੀਜ਼ ਜੋ ਤੁਸੀਂ ਕਰ ਰਹੇ ਹੋ ਉਹਦਾ ਤੁਹਾਨੂੰ ਆਪੋਜ਼ਿਟ ਰਿਜ਼ਲਟ ਮਿਲਦਾ ਆ, ਤੁਹਾਨੂੰ ਕੋਈ ਸਹੀ ਰਿਜ਼ਲਟ ਨਹੀਂ ਇੱਥੇ ਮਿਲਦਾ। ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਓ ਤਾਂ ਵੀ ਤੁਸੀਂ ਸੈਟੀਸਫਾਈਡ ਨਹੀਂ ਹੋ ਸਕਦੇ, ਤੁਸੀਂ ਕਰੋੜਪਤੀ ਬਣ ਜਾਓ ਤਾਂ ਵੀ ਤੁਸੀਂ ਸੈਟੀਸਫਾਈ ਨਹੀਂ ਹੋ ਸਕਦੇ। ਜਦੋਂ ਉਹ ਬੰਦਾ ਕੁਆਰਾ ਹੁੰਦਾ ਉਹ ਕਹਿੰਦਾ ਕਿ ਮੇਰਾ ਵਿਆਹ ਹੋ ਜਾਊਗਾ ਤਾਂ ਮੈਂ ਸੈਟੀਸਫਾਈ ਹੋ ਜਾਊਗਾ, ਵਿਆਹ ਕਰਾ ਕੇ ਉਹਨੂੰ ਲੱਗਦਾ ਕਿ ਸਟ੍ਰੈਸ ਤਾਂ ਹੋਰ ਵੱਧ ਗਈ। ਫਿਰ ਉਹ ਫੈਮਿਲੀ ਕਹਿੰਦੀ ਹੈ ਕਿ ਤੁਸੀਂ ਬੱਚੇ ਪੈਦਾ ਕਰ ਲਓ, ਹੋ ਸਕਦਾ ਤੁਸੀਂ ਸੁਖੀ ਹੋ ਜਾਓਗੇ, ਫੈਮਿਲੀ ਹੋ ਜਾਊਗੀ, ਹਨਾ, ਥੋੜਾ ਬੱਚਿਆਂ ਦਾ ਮਾਹੌਲ ਅੱਛਾ ਹੋ ਜਾਊਗਾ। ਫਿਰ ਜਦੋਂ ਬੱਚੇ ਹੋ ਜਾਂਦੇ ਆ ਤਾਂ ਹੋਰ ਸਟ੍ਰੈਸ ਹੋ ਜਾਂਦਾ, ਰਾਤ ਨੂੰ ਉੱਠਣਾ ਪੈਂਦਾ, ਬੱਚਿਆਂ ਨੂੰ ਸਾਂਭਣਾ ਪੈਂਦਾ, ਬੱਚਿਆਂ ਦੀ ਟਾਇਲਟ ਸਾਫ਼ ਕਰਨੀ ਪੈਂਦੀ ਹੈ, ਹੋਰ ਵਿਚਾਰਾ ਦੁਖੀ ਹੋ ਜਾਂਦਾ। ਫਿਰ ਬੱਚੇ ਵੱਡੇ ਹੋ ਜਾਂਦੇ ਆ, ਫਿਰ ਉਹਨਾਂ ਦੀ ਐਜੂਕੇਸ਼ਨ ਦੀ ਟੈਨਸ਼ਨ ਲੈਂਦਾ, ਫਿਰ ਉਹਨਾਂ ਦੀ ਵਿਆਹ ਦੀ ਟੈਨਸ਼ਨ ਲੈਂਦਾ। ਮਤਲਬ ਪੂਰੀ ਲਾਈਫ ਬੰਦਾ ਜਿਹੜਾ ਆਪਣੀ ਲਾਈਫ ਜਿਹੜੀ ਆ ਉਹ ਸਾਰੀ ਟੈਨਸ਼ਨ ਜੀ ਕੱਢ ਦਿੰਦਾ। ਤੋ ਪੁਆਇੰਟ ਇਹ ਹੈ ਕਿ ਹੁਣ ਆਪਾਂ ਕਰੀਏ ਕੀ ਹੁਣ, ਕਿਉਂਕਿ ਹਰ ਵਿਅਕਤੀ ਅਸੀਂ ਦੇਖਦੇ ਹਾਂ ਆਪਣੀ ਲਾਈਫ ਦੇ ਵਿੱਚ ਚਾਰੇ ਪੰਨੇ ਆਪਣੇ ਕਲੀਗਸ ਦੇ ਨਾਲ ਜਾਂ ਜੋ ਵੀ ਤੁਹਾਡੇ ਫਰੈਂਡਸ ਨੇ ਉਹਨਾਂ ਨੂੰ ਤੁਸੀਂ ਮਿਲਦੇ ਹੋ, ਹਰ ਬੰਦਾ ਇਹ ਕਹਿ ਰਿਹਾ ਕਿ ਮੈਂ ਸੈਟੀਸਫਾਈ ਨਹੀਂ ਹਾਂ। ਹੁਣ ਪੁਆਇੰਟ ਹੈ ਕਿ ਅਸੀਂ ਸੈਟੀਸਫਾਈ ਕਿੱਦਾਂ ਹੋ ਸਕਦੇ ਹਾਂ, ਇਹਦੇ ਕੀ ਇਹਦੇ ਮਾਇਨੇ ਆ ਕਿ ਸਾਨੂੰ ਸੈਟੀਸਫੈਕਸ਼ਨ ਕਿੱਦਾਂ ਮਿਲ ਸਕਦੀ ਹੈ ਇਸ ਲਾਈਫ ਦੇ ਵਿੱਚ, ਕਿ ਔਰ ਇਹ ਲਾਈਫ ਸਾਨੂੰ ਮਿਲੀ ਕਿਉਂ ਆ। ਕਿਉਂਕਿ ਜਿੱਦਾਂ ਮੈਂ ਇੱਥੋਂ ਸਾਰਿਆਂ ਨੂੰ ਪੁੱਛਿਆ ਕਿ ਤੁਸੀਂ ਲਾਈਫ 'ਚ ਕੀ ਕਰਨਾ ਚਾਹੁੰਦੇ, ਕਿਸੇ ਨੂੰ ਪਤਾ ਹੀ ਨਹੀਂ। ਕੋਈ ਕਹਿੰਦਾ ਮੈਂ ਆਪਣੀ ਲਾਈਫ 'ਚ ਜਿਹੜਾ ਆ ਮੈਂ ਆਪਣੇ ਬੱਚਿਆਂ ਨੂੰ ਸੈੱਟ ਕਰਨਾ ਚਾਹੁੰਦਾ, ਕੋਈ ਕਹਿੰਦਾ ਮੈਂ ਵੈਲ ਸੈਟਲ ਹੋਣਾ ਚਾਹੁੰਦਾ, ਕੋਈ ਕਹਿੰਦਾ ਮੈਂ ਅੱਛੀ ਕਮਾਈ ਕਰਨਾ ਚਾਹੁੰਦਾ, ਕੋਈ ਕਹਿੰਦਾ ਮੈਂ ਸੋਚਿਆ ਹੀ ਨਹੀਂ, ਕਿਸੇ ਨੂੰ ਪਤਾ ਹੀ ਨਹੀਂ। ਪੁਆਇੰਟ ਹੈ ਕਿ ਕੋਈ ਸੋਚਦਾ ਨਹੀਂ, ਕਿਸੇ ਕੋਲ ਟਾਈਮ ਹੀ ਹੈ ਨਹੀਂ ਸੋਚਣ ਦਾ ਕਿ ਮੈਨੂੰ ਜੀਵਨ ਕਿਉਂ ਮਿਲਿਆ, ਮੈਨੂੰ ਲਾਈਫ ਕਿਉਂ ਮਿਲੀ ਹੈ, ਮੈਂ ਇਹਦੇ ਬਾਰੇ ਸੋਚਾਂ, ਮੈਨੂੰ ਇਹ ਜਿਹੜਾ ਮਨੁੱਖੀ ਜਿਹੜਾ ਸਰੀਰ ਮਿਲਿਆ ਵਾ ਇਹਦਾ ਕੀ ਮਤਲਬ ਹੈ, ਇਹਦਾ ਮਕਸਦ ਕੀ ਹੈ, ਇਹਦੇ ਬਾਰੇ ਕੋਈ ਸੋਚਦਾ ਨਹੀਂ, ਨਾ ਕਿਸੇ ਕੋਲ ਟਾਈਮ ਹੈ। ਹੁਣ ਪੁਆਇੰਟ ਇਹ ਹੈ ਕਿ ਜਦੋਂ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਤਾਂ ਸਾਡਾ ਇਹ ਫਰਜ਼ ਬਣਦਾ ਆਪਸ 'ਚ ਇਹ ਡਿਸਕਸ ਕਰਨ ਦਾ, ਆਪਸ 'ਚ ਇਹ ਗੱਲ ਕਰਨ ਦਾ ਕਿ ਐਕਚੁਅਲ ਦੇ ਵਿੱਚ ਸਾਨੂੰ ਮਨੁੱਖੀ ਜੀਵਨ ਜਿਹੜਾ ਆ ਇਹ ਕਿਉਂ ਮਿਲਿਆ, ਸਾਨੂੰ ਇਹ ਬੋਡੀ ਕਿਉਂ ਮਿਲੀ ਆ, ਇਸ ਸੰਸਾਰ ਦੇ ਵਿੱਚ ਅਸੀਂ ਕਿਉਂ ਆ, ਔਰ ਇਹ ਸੰਸਾਰ ਕਿਹਨੇ ਬਣਾਇਆ। ਜਾਂ ਫੋਰ ਐਗਜ਼ਾਮਪਲ ਮੇਰਾ ਜਨਮ ਜਿਹੜਾ ਆ ਉਹ ਬਟਾਲੇ ਕਿਉਂ ਹੋਇਆ, ਮੇਰਾ ਜਨਮ ਲਾਸ ਐਂਜਲਿਸ 'ਚ ਕਿਉਂ ਨਹੀਂ ਹੋਇਆ, ਜਾਂ ਮੇਰਾ ਜਨਮ ਜਿਹੜਾ ਉਹ ਕੈਨੇਡਾ 'ਚ ਕਿਉਂ ਨਹੀਂ ਹੋਇਆ, ਮੇਰਾ ਜਨਮ ਅਮਰੀਕਾ 'ਚ ਕਿਉਂ ਨਹੀਂ ਹੋਇਆ, ਮੈਂ ਬਟਾਲੇ ਕਿਉਂ ਜੰਮਿਆ, ਮੈਨੂੰ ਮਨੁੱਖੀ ਸਰੀਰ ਕਿਉਂ ਮਿਲਿਆ, ਮੈਂ ਬਰਡ ਕਿਉਂ ਨਹੀਂ ਬਣਿਆ, ਜਾਂ ਮੈਂ ਕੋਈ ਕੁੱਤਾ ਕਿਉਂ ਨਹੀਂ ਬਣ ਗਿਆ, ਜਾਂ ਮੈਂ ਕੋਈ ਪਿਗ ਕਿਉਂ ਨਹੀਂ ਬਣ ਗਿਆ। ਇਹ ਸਾਰੇ ਕੁਐਸਚਨ ਜਿਹੜੇ ਆ ਉਹ ਸਾਡੇ ਦਿਮਾਗ 'ਚ ਆਉਣੇ ਚਾਹੀਦੇ ਆ, ਜੋ ਸਾਡੇ ਦਿਮਾਗ 'ਚ ਨਹੀਂ ਆਉਂਦੇ। ਕਿਉਂ ਨਹੀਂ ਆਉਂਦੇ? ਕਿਉਂਕਿ ਸਾਡੇ ਕੋਲ ਟਾਈਮ ਹੀ ਨਹੀਂ ਹੈ ਸੋਚਣ ਦਾ। ਅਸੀਂ ਉਹਨਾਂ ਲੋਕਾਂ ਦੇ ਨਾਲ ਸੰਗ ਹੀ ਨਹੀਂ ਕਰਦੇ
ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਪਤਾ ਹੈ ਜਾਂ ਜੋ ਇਸ ਚੀਜ਼ ਬਾਰੇ ਸੋਚਦੇ, ਜਿਹੜੇ ਬੁੱਧੀਜੀਵ ਆ, ਜਿਹੜੇ ਤਾਂ ਬੁੱਧੀਜੀਵ ਨਹੀਂ, ਜਿਨ੍ਹਾਂ ਕੋਲ ਦਿਮਾਗ ਹੀ ਨਹੀਂ, ਉਹ ਤਾਂ ਸੋਚ ਹੀ ਨਹੀਂ ਸਕਦੇ। ਜਿੱਦਾਂ ਮੈਂ ਪੁੱਛਿਆ, ਉਹਨਾਂ ਨੇ ਕਿਹਾ ਕਿ ਮੈਂ ਤਾਂ ਸੋਚਿਆ ਹੀ ਨਹੀਂ, ਮੇਰੇ ਲਾਈਫ ਦਾ ਏਮ ਕੀ ਹੈ। ਇਹ ਇੱਕ ਜਿਹੜੀ ਆ ਪਸ਼ੂ ਵ੍ਰਿੱਤੀ ਆ। ਪਸ਼ੂ ਵ੍ਰਿੱਤੀ ਮਤਲਬ ਅਸੀਂ ਸਿਰਫ ਇੱਕ ਐਨੀਮਲ ਦੀ ਤਰ੍ਹਾਂ ਜੀ ਰਹੇ ਹਾਂ। ਅਸੀਂ ਖਾ ਰਹੇ ਹਾਂ, ਅਸੀਂ ਸੋ ਰਹੇ ਹਾਂ, ਬੱਚੇ ਪੈਦਾ ਕਰ ਰਹੇ ਹਾਂ, ਔਰ ਡਰ ਰਹੇ ਹਾਂ। ਹਰ ਚੀਜ਼ ਪਿੱਛੇ ਅਸੀਂ ਡਰ ਰਹੇ ਹਾਂ। ਹਰ ਇੱਕ ਐਕਟੀਵਿਟੀ ਪਿੱਛੇ ਸਾਡੇ ਡਰ ਆ। ਜੇ ਅਸੀਂ ਪੈਸੇ ਕਮਾਉਣ ਜਾਂਦੇ ਹਾਂ ਤਾਂ ਉਹਦੇ ਪਿੱਛੇ ਡਰ ਹੈ। ਜੇ ਅਸੀਂ ਕੋਈ ਵੀ ਕੰਮ ਕਰਦੇ ਹਾਂ ਉਹਦੇ ਪਿੱਛੇ ਡਰ ਕੇ, ਹਰ ਚੀਜ਼ ਅਸੀਂ ਸੰਸਾਰ 'ਚ ਵੀ ਡਰ ਕੇ ਕਰ ਰਹੇ ਹਾਂ। ਤਾਂ ਸਾਡੇ ਵਿੱਚ ਤਾਂ ਪਸ਼ੂਆਂ ਵਿੱਚ ਕੀ ਫਰਕ ਆ? ਕੋਈ ਫਰਕ ਨਹੀਂ ਹੈ। ਪਸ਼ੂ ਵੀ ਇਹੀ 4 ਕੰਮ ਕਰ ਰਹੇ ਆ। ਪਸ਼ੂ ਵੀ ਖਾ ਰਹੇ ਆ, ਪਸ਼ੂ ਵੀ ਸੋ ਰਹੇ ਆ, ਪਸ਼ੂ ਵੀ ਜਿਹੜੇ ਆ ਬੱਚੇ ਪੈਦਾ ਕਰ ਰਹੇ ਆ, ਔਰ ਪਸ਼ੂ ਜਿਹੜੇ ਆ ਉਹ ਜਿਹੜਾ ਡਰ ਰਹੇ ਆ ਬਾਕੀਆਂ ਤੋਂ। ਉਹੀ ਕੰਮ ਅਸੀਂ ਕਰ ਰਹੇ ਹਾਂ। ਉਹ ਕੰਮ ਖੁੱਲੇਆਮ ਸੜਕ ਤੇ ਕਰ ਰਹੇ ਆ, ਅਸੀਂ ਉਹੀ ਕੰਮ ਆਪਣੇ ਕਮਰੇ 'ਚ ਕਰ ਰਹੇ ਹਾਂ। ਅਸੀਂ ਆਪਣੇ ਕਮਰੇ 'ਚ ਖਾ ਰਹੇ ਹਾਂ, ਕਮਰੇ 'ਚ ਪੈ ਰਹੇ ਹਾਂ, ਕਮਰੇ 'ਚ ਬੱਚੇ ਪੈਦਾ ਕਰ ਰਹੇ ਹਾਂ ਔਰ ਡਰ ਰਹੇ ਹਾਂ। ਇਹ ਸਾਡੇ 'ਚ ਤਾਂ ਪਸ਼ੂਆਂ 'ਚ ਕੋਈ ਫਰਕ ਹੀ ਨਹੀਂ ਰਿਹਾ। ਫਰਕ ਇਹ ਹੈ ਕਿ ਸਾਨੂੰ ਮਨੁੱਖ ਜੀਵਨ ਜਿਹੜਾ ਮਿਲਿਆ, ਸਾਨੂੰ ਮਨੁੱਖੀ ਸਰੀਰ ਮਿਲਿਆ, ਸਾਡੇ ਕੋਲ ਦਿਮਾਗ ਹੈ, ਸਾਡੇ ਕੋਲ ਬੁੱਧੀ ਹੈ। ਅਸੀਂ ਸਮਝ ਸਕਦੇ ਹਾਂ ਕਿ ਇਸ ਸੰਸਾਰ 'ਚ ਕਿਉਂ ਆ, ਮੈਂ ਹੈ ਕੌਣ। ਪਹਿਲਾਂ ਤਾਂ ਕੁਐਸਚਨ ਇਹ ਬਣਦਾ ਕਿ ਮੈਂ ਕੌਣ ਆ। ਮੈਂ ਆਪਣੇ ਆਪ ਨੂੰ ਜਾਣਨਾ ਕਿ ਮੈਂ ਹੈ ਕੌਣ ਆ, ਔਰ ਮੇਰੇ ਜੀਣ ਦਾ ਕੀ ਮਕਸਦ ਆ, ਮੈਨੂੰ ਜੀਵਨ ਕਿਉਂ ਮਿਲਿਆ, ਔਰ ਰੱਬ ਕੌਣ ਆ, ਭਗਵਾਨ ਕੌਣ ਆ, ਇਹ ਸ੍ਰਿਸ਼ਟੀ ਕਿੰਨੇ ਬਣਾਈ ਆ। ਕੀ ਇਹ ਜਿੱਦਾਂ ਸਾਇੰਸ ਕਹਿੰਦੇ ਆ ਕਿ ਬਿਗ ਬੈਂਗ ਆ, ਕਿ ਇਹ ਇੱਕਦਮ ਕੋਈ એનર્ਜੀ ਪੈਕਟ ਸੀਗਾ, ਉਹ ਇੱਕਦਮ ਫਟਿਆ ਔਰ ਸਭ ਕੁਝ ਆਪਣੇ ਆਪ ਬਣ ਗਿਆ, ਪਲੈਨਟਸ ਬਣ ਗਏ, ਸਭ ਕੁਝ ਬਣ ਗਿਆ। ਕਿ ਅਸਲ ਦੇ ਵਿੱਚ ਜ਼ਿੰਦਗੀ ਇਦਾਂ ਬਣੀ ਹੈ? ਜੋ ਤੁਹਾਨੂੰ ਜੋ ਵੀ ਨਜ਼ਰ ਆਉਂਦਾ ਆਸਮਾਨ 'ਚ, ਸਨ ਨਜ਼ਰ ਆਉਂਦਾ, ਮੂਨ ਨਜ਼ਰ ਆਉਂਦਾ, ਇੰਨੇ ਪਲੈਨਟਸ ਆ, ਇੰਨਾ ਵੱਡਾ ਅਥਾਹ ਯੂਨੀਵਰਸ ਆ। ਜੇ ਤੁਸੀਂ ਪੜੋਗੇ ਤਾਂ ਡਿਟੇਲ ਵਿੱਚ ਪੜੋਗੇ, ਤੁਹਾਨੂੰ ਪਤਾ ਲੱਗੂਗਾ ਕਿ ਅਰਥ ਜਿਹੜਾ ਆ ਉਹ ਇੱਕ ਛੋਟਾ ਜਿਹਾ ਡਾਟ ਹੈ, ਇੱਕ ਛੋਟਾ ਜਿਹਾ ਪੁਆਇੰਟ ਆ ਪੂਰੇ ਦੇ ਪੂਰੇ ਯੂਨੀਵਰਸ 'ਚ। ਸਾਡੀ ਕੀ ਹੈਸੀਅਤ ਆ ਉਸ ਪੂਰੇ ਦੇ ਪੂਰੇ ਏਡੇ ਵੱਡੇ ਬ੍ਰਹਮਾਂਡ ਦੇ ਵਿੱਚ? ਅਸੀਂ ਇਸ ਬ੍ਰਹਮਾਂਡ ਦੇ ਵਿੱਚ ਕੀ ਕਰ ਰਹੇ ਹਾਂ? ਇਹ ਅੰਧਕਾਰ ਜਗਤ ਆ। ਅਸੀਂ ਬਾਹਰ ਜਾ ਕੇ ਦੇਖਦੇ ਹਾਂ, ਜਦੋਂ ਰਾਤ ਹੁੰਦੀ ਹੈ, ਸਵੇਰੇ ਤਾਂ ਚਲੋ ਸਨ ਆ ਜਾਂਦਾ, ਸਾਨੂੰ ਸਮਝ ਨਹੀਂ ਲੱਗਦੀ। ਹੁਣ ਤੁਸੀਂ ਉੱਪਰ ਜਾ ਕੇ, ਛੱਤ ਤੇ ਜਾ ਕੇ ਦੇਖੋ, ਉੱਪਰ ਆਸਮਾਨ 'ਚ ਤੁਹਾਨੂੰ ਕੀ ਨਜ਼ਰ ਆਉਂਦਾ? ਤੁਹਾਨੂੰ ਤਾਰੇ ਨਜ਼ਰ ਆਉਂਦੇ ਆ, ਤੁਹਾਨੂੰ ਉੱਪਰ ਪਲੈਨਟ ਨਜ਼ਰ ਆਉਂਦੇ ਆ, ਜਾਂ ਪਲੈਨਟ ਨਹੀਂ, ਤਾਰੇ ਕਹਿ ਸਕਦੇ ਹੋ, ਤਾਰੇ ਨਜ਼ਰ ਆਉਂਦੇ ਆ ਤੁਹਾਨੂੰ। ਜੋ ਤੁਹਾਨੂੰ ਉੱਪਰ ਦੇਖਦੇ ਹੋ ਤੁਸੀਂ, ਅੰਧਕਾਰ ਜਗਤ ਆ, ਔਰ ਕੁਛ ਨਾ ਕੁਛ ਤੁਹਾਨੂੰ ਵਿੱਚ ਛੋਟੀ ਛੋਟੀਆਂ ਚੀਜ਼ਾਂ, ਮੈਟਰ ਜਿਹੜਾ ਉਹ ਨਜ਼ਰ ਆਉਂਦਾ ਹੈ। ਤੋ ਪੁਆਇੰਟ ਹੈ ਕਿ ਏਡੇ ਵੱਡੇ ਸੰਸਾਰ ਦੇ ਵਿੱਚ ਮੈਂ ਕੀ ਕਰ ਰਿਹਾ? ਮੇਰੀ ਜੀਵਨ ਦੀ, ਮੈਂ ਜੋ ਜੀ ਰਿਹਾ ਵਾਂ, ਇਹਦਾ ਮਕਸਦ ਕੀ ਆ? ਰੱਬ ਕੌਣ ਆ? ਕਿੰਨੇ ਇਹ ਦੁਨੀਆ ਬਣਾਈ ਆ? ਕਿ ਅਸੀਂ ਸੋਚਦੇ ਹਾਂ, ਅਸੀਂ ਨਹੀਂ ਸੋਚਦੇ। ਪੁਆਇੰਟ ਇਹ ਹੈ ਕਿ ਹੁਣ ਜਿੱਦਾਂ ਇਹ ਸ਼ਲੋਕ ਦੇ ਵਿੱਚ ਆ ਰਿਹਾ, ਵਿਪਰੀਤਾਨੀ ਸ਼ਬਦ ਤੋਂ ਸ਼ੁਰੂ ਕੀਤਾ ਸੀ। ਵਿਪਰੀਤਾਨੀ ਸ਼ਬਦ ਜਿਹੜਾ ਬੜਾ ਮਹੱਤਵਪੂਰਨ ਸ਼ਬਦ ਹੈ ਇੱਥੇ, ਕਿ ਜੋ ਕੁਝ ਵੀ ਸੰਸਾਰ ਦੇ ਵਿੱਚ ਐਕਟੀਵਿਟੀਜ਼ ਕਰਦੇ ਆ, ਜੋ ਕੁਝ ਵੀ ਕੰਮ ਕਰਦੇ ਆ, ਉਹਦੇ ਸਾਨੂੰ ਆਪੋਜ਼ਿਟ ਰਿਜ਼ਲਟ ਹੀ ਮਿਲਦੇ ਆ। ਆਪਾਂ ਸੈਟੀਸਫਾਈਡ ਨਹੀਂ ਹੋ ਸਕਦੇ ਸੰਸਾਰ ਦੇ ਵਿੱਚ। ਭਗਵਾਨ ਨੇ ਗੀਤਾ 'ਚ ਕਿਹਾ, ਭਗਵਾਨ ਨੇ ਕਿਹਾ ਦੁਖਾਲਯਮ ਅਸ਼ਾਸ਼ਵਤਮ। ਭਗਵਾਨ ਜਿੱਦਾਂ ਅਸੀਂ ਆਪਣਾ ਘਰ ਬਣਾਉਂਦੇ ਹਾਂ, ਤਾਂ ਅਸੀਂ ਘਰ ਬਣਾਉਣ ਦੇ ਬਾਅਦ ਫਿਰ ਉਹਦੇ ਆਪਣਾ ਨੇਮ ਪਲੇਟ ਲਾਉਂਦੇ ਹਾਂ। ਫੋਰ ਐਗਜ਼ਾਮਪਲ ਆਨੰਦ ਵਿਲਾ, ਜਾਂ ਤੁਸੀਂ ਸੰਧੂ ਰਿਜ਼ੋਰਟ, ਜਾਂ ਕੁਝ ਵੀ, ਤੁਸੀਂ ਜੋ ਵੀ ਤੁਹਾਡਾ ਨਾਮ ਹੈ ਉਹਦੇ ਅਕੋਰਡਿੰਗ ਤੁਸੀਂ ਆਪਣੇ ਘਰ ਦਾ ਨਾਮ ਰੱਖਦੇ ਹੋ। ਉਦਾਂ ਹੀ ਜਦੋਂ ਭਗਵਾਨ ਨੇ ਇਸ ਸੰਸਾਰ ਦੀ ਸ੍ਰਿਸ਼ਟੀ ਕੀਤੀ, ਤਾਂ ਭਗਵਾਨ ਨੇ ਇਸ ਸੰਸਾਰ ਦਾ ਨਾਮ ਰੱਖਿਆ ਦੁਖਾਲਯਮ ਅਸ਼ਾਸ਼ਵਤਮ। ਦੁਖਾਲਯਮ ਅਸ਼ਾਸ਼ਵਤਮ ਦਾ ਮਤਲਬ ਕਿ ਇਹ ਸੰਸਾਰ ਜਿਹੜਾ ਹੈ ਉਹ ਦੁੱਖਾਂ ਦਾ ਘਰ ਹੈ, ਉਹ ਟੈਂਪਰਰੀ ਆ। ਇਹ ਸੰਸਾਰ ਟੈਂਪਰਰੀ, ਅਸੀਂ ਇੱਥੇ ਪਰਮਾਨੈਂਟ ਨਹੀਂ ਰਹਿਣਾ। ਅਸੀਂ ਥੋੜੇ ਟਾਈਮ ਲਈ ਇੱਥੇ ਰਹਿਣਾ, ਥੋੜੇ ਟਾਈਮ ਲਈ ਸਾਨੂੰ ਮਨੁੱਖ ਸਰੀਰ ਮਿਲਿਆ, ਥੋੜੇ ਟਾਈਮ ਲਈ, ਹਰ ਚੀਜ਼ ਥੋੜੇ ਟਾਈਮ ਲਈ ਆ। ਔਰ ਹਰ ਚੀਜ਼ ਇਸ ਸੰਸਾਰ ਦੇ ਵਿੱਚ ਜੋ ਵੀ ਅਸੀਂ ਕਰ ਰਹੇ ਹਾਂ, ਉਹਦੇ ਨਾਲ ਅਸੀਂ ਸੁਖੀ ਨਹੀਂ ਹੋ ਸਕਦੇ ਸੰਸਾਰ ਦੇ ਵਿੱਚ, ਕਿਉਂਕਿ ਸੰਸਾਰ ਜਿਹੜਾ ਆ ਉਹਦਾ ਨਾਮ ਹੀ ਹੈ ਦੁਖਾਲਯਮ। ਦੁਖਾਲਯਮ ਵਾਲੇ ਸੰਸਾਰ ਹੀ ਦੁੱਖਾਂ ਦਾ ਘਰ ਹੈ। ਤੁਸੀਂ ਜਿੰਨੀ ਮਰਜ਼ੀ ਜ਼ੋਰ ਲਾ ਲਓ, ਤੁਸੀਂ ਜਿੰਨਾ ਮਰਜ਼ੀ ਐਫਰਟ ਕਰ ਲਓ, ਤੁਸੀਂ ਕਰੋੜਾਂ ਰੁਪਏ ਕਮਾ ਲਓ, ਤੁਸੀਂ ਅਮਰੀਕਾ ਚਲੇ ਜਾਓ, ਤੁਸੀਂ ਕੈਨੇਡਾ, ਲੋਕ ਇੱਥੋਂ ਜਾ ਰਹੇ ਆ ਕੈਨੇਡਾ, ਕਿੰਨੇ ਯੂਥ ਜਾ ਰਹੇ ਆ ਇੱਥੋਂ, ਸਾਡੇ ਇੰਡੀਆ ਨੂੰ ਛੱਡ ਕੇ ਕੈਨੇਡਾ ਜਾ ਰਹੇ ਆ ਜਾਂ ਅਮਰੀਕਾ ਜਾ ਰਹੇ ਆ। ਕੀ ਉਹ ਖੁਸ਼ ਨੇ? ਉਹਨਾਂ ਨੂੰ ਜਾ ਕੇ ਪੁੱਛੋ, ਲੇਕਿਨ ਉਹ ਕਹਿਣਗੇ ਕਿ ਨਹੀਂ, ਅਸੀਂ ਖੁਸ਼ ਨਹੀਂ, ਅਸੀਂ ਸੈਟੀਸਫਾਈਡ ਨਹੀਂ ਆ। ਕੋਈ ਵੀ ਬੰਦਾ ਇਸ ਸੰਸਾਰ ਦੇ, ਇਸ ਅਰਥ ਦੇ ਕਿਸੇ ਵੀ ਕਾਰਨਰ ਤੇ ਕਿਸੇ ਵੀ ਬੰਦੇ ਨੂੰ ਪੁੱਛ ਲਓ ਕਿ ਸੈਟੀਸਫਾਈਡ ਆ, ਉਹ ਕਹੂਗਾ ਮੈਂ ਸੈਟੀਸਫਾਈਡ ਨਹੀਂ ਆ, ਕਿਉਂਕਿ ਸੈਟੀਸਫੈਕਸ਼ਨ ਜਿਹੜੀ ਆ ਉਹ ਸੰਸਾਰ 'ਚ ਹੈ ਹੀ ਨਹੀਂ। ਅਸੀਂ ਸੈਟੀਸਫੈਕਸ਼ਨ ਜਿੱਥੇ ਲੱਭ ਰਹੇ ਹਾਂ, ਉੱਥੇ ਸੈਟੀਸਫੈਕਸ਼ਨ ਹੈ ਹੀ ਨਹੀਂ, ਕਿਉਂਕਿ ਜਿਹੜੀ ਚੀਜ਼ ਜਿੱਥੇ ਹੋਊਗੀ ਉੱਥੇ ਮਿਲੂਗੀ ਨਾ। ਹੁਣ ਸੈਟੀਸਫੈਕਸ਼ਨ ਸੰਸਾਰ 'ਚ ਹੈ ਹੀ ਨਹੀਂ। ਭਗਵਾਨ ਨੇ ਕਿਹਾ ਦੁਖਾਲਯਮ ਸ਼ਾਸ਼ਵਤਮ, ਇਹ ਸੰਸਾਰ ਦੁੱਖਾਂ ਦਾ ਘਰ, ਟੈਂਪਰਰੀ ਆ। ਤਾਂ ਟੈਂਪਰਰੀ ਚੀਜ਼ 'ਚੋਂ ਸਾਨੂੰ ਸੈਟੀਸਫੈਕਸ਼ਨ ਮਿਲ ਹੀ ਨਹੀਂ ਸਕਦੀ, ਕਿਉਂਕਿ ਉਹ ਤਾਂ ਥੋੜੇ ਟਾਈਮ ਬਾਅਦ ਖਤਮ ਹੋ ਜਾਂਦੀ ਹੈ। ਕੋਈ ਵੀ ਮਜ਼ਾ ਹੈ ਇਸ ਸੰਸਾਰ ਦਾ, ਕੋਈ ਵੀ ਇੰਜੋਏ ਲੈ ਲਓ। ਫੋਰ ਐਗਜ਼ਾਮਪਲ ਤੁਸੀਂ ਮੰਨ ਲਓ ਤੁਹਾਨੂੰ ਮਜ਼ਾ ਆਉਂਦਾ ਸਵਿਮਿੰਗ ਕਰਨ 'ਚ, ਤਾਂ ਤੁਸੀਂ ਸਵਿਮਿੰਗ ਕਰਦੇ ਹੋ। ਜੋ ਤੁਸੀਂ ਸਵਿਮਿੰਗ ਕਰਦੇ ਹੋ ਤਾਂ ਥੋੜੀ ਦੇਰ ਸਵਿਮਿੰਗ ਕਰੋਗੇ, 10 ਮਿੰਟ, 15 ਮਿੰਟ, 1 ਘੰਟਾ, 2 ਘੰਟੇ, ਹੱਦ 6 ਘੰਟੇ ਸਵਿਮਿੰਗ ਕਰ ਲੋਗੇ। ਉਸ ਤੋਂ ਬਾਅਦ ਤੁਸੀਂ ਥੱਕ ਜਾਓਗੇ, ਤੁਹਾਨੂੰ ਮਜ਼ਾ ਆਉਣਾ ਬੰਦ ਹੋ ਜਾਊਗਾ। ਤੁਹਾਨੂੰ ਖਾਣ 'ਚ ਮਜ਼ਾ ਆਉਂਦਾ, ਮੰਨ ਲਓ ਤੁਹਾਨੂੰ ਰਸਗੁੱਲਾ ਖਾਣ 'ਚ ਮਜ਼ਾ ਆਉਂਦਾ, ਇੱਕ ਰਸਗੁੱਲਾ ਖਾਓਗੇ ਬਹੁਤ ਮਜ਼ਾ ਆਊਗਾ, ਹਾਂ ਬਹੁਤ ਬਹੁਤ ਟੇਸਟੀ ਹੈ। 2 ਖਾਓਗੇ, ਠੀਕ ਹੈ, ਮਜ਼ਾ ਠੀਕ ਹੈ, ਓਕੇ। 3 ਖਾਓਗੇ, ਮਜ਼ਾ ਥੋੜਾ ਘਟ ਜਾਊਗਾ। 4 ਖਾਓਗੇ ਤਾਂ ਮਜ਼ਾ ਹੋਰ ਘਟ ਜਾਊਗਾ। 5 ਖਾਓਗੇ, ਫਿਰ ਤੁਹਾਡਾ ਜੀ ਨਹੀਂ ਕਰੂਗਾ ਖਾਣ ਨੂੰ। ਕਿਉਂ? ਕਿਉਂਕਿ ਰਸਗੁੱਲੇ 'ਚ ਟੇਸਟ ਖਤਮ ਹੋ ਗਿਆ। ਰਸਗੁੱਲੇ 'ਚ ਟੇਸਟ ਤਾਂ ਹੈ, ਬਟ ਤੁਸੀਂ ਉਸ ਟੇਸਟ ਨੂੰ ਨਹੀਂ ਲੈ ਸਕਦੇ। ਤੁਹਾਡੀ ਇੱਕ ਲਿਮਿਟ, ਤੁਹਾਡੇ ਉੱਤੇ ਇੱਕ ਲਿਮਿਟ ਲੱਗੀ ਹੋਈ ਹੈ ਇਸ ਸੰਸਾਰ ਦੇ ਵਿੱਚ ਇੰਜੋਏ ਕਰਨ ਦੀ। ਹਰ ਜੀਵ ਜਿਹੜਾ ਆ ਉਹ ਇੰਜੋਏ ਕਰਨਾ ਚਾਹੁੰਦਾ, ਬਿਨਾਂ ਇੰਜੋਏ ਤੋਂ ਕੋਈ ਜੀਵ ਨਹੀਂ ਰਹਿਣਾ ਚਾਹੁੰਦਾ।
ਪੋਸੀਬਲ ਹੀ ਨਹੀਂ ਹੈ ਜੀਵ ਲਈ ਰਹਿਣਾ, ਕਿਉਂਕਿ ਅਸੀਂ ਹੈ ਕੌਣ, ਸਾਨੂੰ ਇਹ ਸਮਝਣਾ ਪਊਗਾ ਅਸੀਂ ਕੌਣ ਆ। ਅਸੀਂ ਆਤਮਾ ਵਾ। ਇਦਾਂ ਭਗਵਾਨ ਗੀਤਾ ਚ ਕਹਿ ਰਿਹਾ ਕਿ ਜਿੰਨੇ ਵੀ ਆ ਜੀਵ ਆ, ਜਿੰਨੇ ਵੀ ਤੁਹਾਨੂੰ ਕੀੜੇ ਨਜ਼ਰ ਆ ਰਹੇ ਆ ਜਾਂ ਜੋ ਵੀ ਲਿਵਿੰਗ ਬੀਇੰਗਸ ਤੁਹਾਨੂੰ ਨਜ਼ਰ ਆਉਂਦੇ, ਉਹ ਸਾਰੇ ਦੇ ਸਾਰੇ ਐਕਚੁਅਲ ਚ ਆਤਮਾ ਨੇ, ਉਹਨਾਂ ਦੇ ਅੰਦਰ ਆਤਮਾ ਹੈ। ਔਰ ਆਤਮਾ ਦਾ ਕੀ ਕੰਮ ਹੈ? ਆਤਮਾ ਦਾ ਕੰਮ ਹੈ ਭਗਵਾਨ ਦੀ ਸੇਵਾ ਕਰਨਾ। ਔਰ ਉਹਨੂੰ ਜਦੋਂ ਭਗਵਾਨ ਦੀ ਸੇਵਾ ਕਰਦਾ ਤਾਂ ਉਹਨੂੰ ਉਹਦੇ ਚ ਹੀ ਮਜ਼ਾ ਆਉਂਦਾ। ਅਸਲੀ ਇੰਜੋਇਮੈਂਟ ਜਿਹੜੀ ਹੈ, ਅਸਲੀ ਜਿਹੜੀ ਸੈਟੀਸਫੈਕਸ਼ਨ ਹੈ ਆਤਮਾ ਦੀ, ਉਹ ਉਦੋਂ ਹੀ ਆਤਮਾ ਸੈਟੀਸਫਾਈ ਹੋ ਸਕਦੀ ਹੈ ਜਦੋਂ ਉਹ ਭਗਵਾਨ ਦੇ ਨਾਲ ਜੁੜ ਜਾਊਗੀ ਔਰ ਭਗਵਾਨ ਦੀ ਸੇਵਾ ਚ ਲੱਗ ਜਾਊਗੀ। ਏਦਾਂ ਇੱਕ ਸ਼ਲੋਕ ਹੈ ਸਾਡੇ ਸ਼ਾਸਤਰਾਂ 'ਚ, ਇੱਕ ਸ਼ਲੋਕ ਹੈ, ਜੀਵਰੇ ਸਵਰੂਪ ਹੋਏ ਨਿਤੇਰ ਕ੍ਰਿਸ਼ਨਦਾਸ, ਕਿ ਅਸੀਂ ਜਿਹੜੇ ਜੀਵ ਆ ਸਾਡਾ ਇੱਕ ਹੀ ਸਵਰੂਪ ਆ। ਉਹ ਸਵਰੂਪ ਕੀ ਆ? ਕਿ ਅਸੀਂ ਭਗਵਾਨ ਦੇ ਦਾਸ ਆ। ਐਕਚੁਅਲ ਅਸੀਂ ਭਗਵਾਨ ਨੂੰ ਰਿਜੈਕਟ ਕਰਕੇ, ਭਗਵਾਨ ਨੂੰ ਛੱਡ ਕੇ ਅਸੀਂ ਇਸ ਸੰਸਾਰ ਦੇ ਵਿੱਚ ਆਏ ਆ। ਇਸ ਕਰਕੇ ਅਸੀਂ ਸੈਟੀਸਫਾਈਡ ਨਹੀਂ ਹੋ ਰਹੇ, ਕਿਉਂਕਿ ਅਸੀਂ ਜਿਸ ਚੀਜ਼ ਦਾ ਟੇਸਟ ਅਸੀਂ ਲਿਆ ਆ, ਕਿਉਂਕਿ ਅਸੀਂ ਭਗਵਾਨ ਦੇ ਨਾਲ ਰਹੇ ਹਾਂ ਔਰ ਸਾਨੂੰ ਉਹੀ ਚੀਜ਼ ਚਾਹੀਦੀ ਆ। ਜੋ ਮਜ਼ਾ ਸਾਨੂੰ ਉਦੋਂ ਮਿਲਿਆ ਭਗਵਾਨ ਦੇ ਨਾਲ ਰਹਿ ਕੇ, ਉਹੀ ਮਜ਼ੇ ਦੀ ਅਸੀਂ ਤਲਾਸ਼ ਕਰ ਰਹੇ ਹਾਂ। ਉਹੀ ਮਜ਼ੇ, ਜਿਹੜੀ ਹੈਂਕਰਿੰਗ ਹੈ ਸਾਡੇ ਅੰਦਰ, ਜਿਹੜੀ ਬਾਰ-ਬਾਰ ਸਕ੍ਰੈਚਿੰਗ ਹੋ ਰਹੀ ਹੈ ਸਾਡੇ ਹਾਰਟ ਦੇ ਅੰਦਰ, ਉਹ ਉਸੇ ਮਜ਼ੇ ਲਈ ਹੋ ਰਹੀ ਹੈ ਜਿਹੜਾ ਸਾਨੂੰ ਮਿਲ ਨਹੀਂ ਰਿਹਾ। ਕਿਉਂਕਿ ਸੰਸਾਰ 'ਚ ਅਸੀਂ ਸੰਸਾਰ ਨੂੰ ਕੰਪੇਅਰ ਕਰ ਰਹੇ ਹਾਂ ਭਗਵਾਨ ਦੇ ਨਾਲ। ਇਹ ਸੰਸਾਰ ਜਿਹੜਾ ਹੈ ਮਾਇਆ ਰੂਪੀ ਜਿਹੜਾ ਜਗਤ ਆ, ਜਿੱਥੇ ਅਸੀਂ ਮਜ਼ੇ ਕਰਨਾ ਚਾਹੁੰਦੇ ਹਾਂ, ਉੱਥੇ ਅਸੀਂ ਮਜ਼ੇ ਕਰਨੀ, ਉਹ ਮਜ਼ਾ ਨਹੀਂ ਸਾਨੂੰ ਮਿਲ ਰਿਹਾ ਜਿਹੜਾ ਅਸੀਂ ਪਹਿਲਾਂ ਟੇਸਟ ਕਰ ਚੁੱਕੇ ਹਾਂ। ਉਹ ਮਜ਼ਾ ਐਕਚੁਅਲੀ ਭਗਵਾਨ ਦੇ ਵਿੱਚ ਹੈ। ਜਦੋਂ ਅਸੀਂ ਭਗਵਾਨ ਦੇ ਨਾਲ ਜੁੜ ਜਾਂਦੇ ਹਾਂ, ਭਗਵਾਨ ਦੇ ਨਾਲ ਆਪਣਾ ਸੰਬੰਧ ਸਥਾਪਿਤ ਕਰ ਲੈਂਦੇ ਹਾਂ ਔਰ ਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਸਰੀਰ ਨਹੀਂ ਆ, ਅਸੀਂ ਆਤਮਾ ਵਾਂ ਔਰ ਅਸੀਂ ਭਗਵਾਨ ਦੀ ਸੇਵਾ 'ਚ ਲੱਗਣਾ। ਜਦੋਂ ਅਸੀਂ ਏਦਾਂ ਕਰ ਲੈਂਦੇ ਤਾਂ ਅਸੀਂ ਸੈਟੀਸਫਾਈ ਹੋ ਸਕਦੇ। ਹੁਣ ਇੱਥੇ ਕੁਐਸਚਨ ਉੱਠਦਾ, ਇੱਥੇ ਕੁਐਸਚਨ ਇਹ ਉੱਠਦਾ ਵਾ ਕਿ ਅਸੀਂ ਕਿੱਦਾਂ ਸੈਟੀਸਫਾਈ ਹੋ ਸਕਦੇ ਹਾਂ, ਜਾਂ ਸਾਨੂੰ ਕਿੱਦਾਂ ਪਤਾ ਲੱਗੂਗਾ ਭਗਵਾਨ ਕੌਣ ਨੇ। ਇੱਥੇ ਪਹਿਲਾ ਕੁਐਸਚਨ ਇਹ ਉੱਠਦਾ, ਭਗਵਾਨ ਕੌਣ ਨੇ। ਦੂਜਾ ਕੁਐਸਚਨ ਉੱਠਦਾ ਵਾ ਕਿ ਅਸੀਂ ਭਗਵਾਨ ਦੇ ਨਾਲ ਆਪਣੇ ਰਿਸ਼ਤੇ ਨੂੰ ਕਿੱਦਾਂ ਜੋੜ ਸਕਦੇ ਹਾਂ, ਅਸੀਂ ਕਿੱਦਾਂ ਆਪਣਾ ਜਿਹੜਾ ਭੁੱਲਿਆ ਰਿਸ਼ਤਾ ਉਹਨੂੰ ਸਟੈਬਲਿਸ਼ ਕਰ ਸਕਦੇ ਹਾਂ। ਪਹਿਲੀ ਗੱਲ ਤਾਂ ਭਗਵਾਨ ਕੌਣ ਨੇ, ਇਹ ਵੀ ਇੱਕ ਬਹੁਤ ਵੱਡਾ ਕੁਐਸਚਨ ਹੈ। ਭਗਵਾਨ ਗੀਤਾ ਦੇ ਵਿੱਚ ਕਹਿ ਰਹੇ ਨੇ, ਅਹਮ ਸਰਵਸਯ ਪ੍ਰਭੋ ਮਤਾ ਸਰਵਮ ਪਰਵਰਤਤੇ ਇति ਮਤਵਾ ਵਸੰਤੇ ਮਾ ਬੁਧਾਨ ਭਾਵ ਸਮਨਵਿਤਾ। ਭਗਵਾਨ ਕਹਿ ਰਿਹਾ ਕਿ ਮੈਂ ਜਿੰਨੇ ਵੀ ਮੈਂ ਰੱਬ ਹਾਂ। ਭਗਵਾਨ ਨੇ ਕਿਹਾ, ਭਗਵਾਨ ਸ਼੍ਰੀ ਕ੍ਰਿਸ਼ਨ ਕਹਿ ਰਹੇ ਆ ਗੀਤਾ ਦੇ ਵਿੱਚ ਕਿ ਮੈਂ ਭਗਵਾਨ ਹਾਂ, ਮੈਂ ਰੱਬ ਹਾਂ, ਸਾਰਾ ਕੁਝ ਮੇਰੇ ਤੋਂ ਨਿਕਲਿਆ। ਸਭ ਕੁਝ ਜੋ ਵੀ ਸੰਸਾਰ ਦੇ ਵਿੱਚ ਤੁਸੀਂ ਦੇਖ ਰਹੇ ਹੋ, ਕੁਝ ਚੱਲ ਵਸਤੂਆਂ, ਅਚਲ ਵਸਤੂਆਂ, ਜੋ ਵੀ ਵਸਤੂਆਂ ਤਾਂ ਨਜ਼ਰ ਆ ਰਹੀਆਂ, ਸਭ ਮੇਰੀਆਂ ਸ਼ਕਤੀਆਂ ਨੇ, ਸਭ ਮੇਰੇ ਅੰਡਰ ਹੀ, ਮੇਰੇ ਕੰਟਰੋਲ 'ਚ ਆ ਸਭ ਕੁਝ। ਏਦਾਂ ਕਿਸੇ ਵੀ ਦੇਵੀ ਦੇਵਤਾ ਨੇ ਨਹੀਂ ਕਿਹਾ, ਨਾ ਤਾਂ ਸ਼ਿਵ ਜੀ ਨੇ ਏਦਾਂ ਕਿਹਾ ਕਿ ਮੈਂ ਭਗਵਾਨ ਹਾਂ, ਨਾ ਬ੍ਰਹਮਾ ਨੇ ਕਿਹਾ ਭਗਵਾਨ ਹਾਂ। ਸਿਰਫ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਡਿਕਲੇਅਰ ਕੀਤਾ ਕਿ ਮੈਂ ਭਗਵਾਨ ਹਾਂ। ਔਰ ਸਾਰੇ ਸ਼ਾਸਤਰ, ਜਿੰਨੇ ਵੀ ਸਾਡੇ ਸ਼ਾਸਤਰ, ਉਹ ਸਾਰੇ ਇਹੀ ਕਹਿ ਰਹੇ। ਸ਼੍ਰੀਮਦ ਭਾਗਵਤਮ ਤੁਸੀਂ ਪੜੋਗੇ, ਉਹਦੇ ਵਿੱਚ ਵੀ ਇਹੀ ਕਿਹਾ ਜਾ ਰਿਹਾ ਕਿ ਕ੍ਰਿਸ਼ਨ ਭਗਵਾਨ ਆ। ਜਾਂ ਤੁਸੀਂ ਬ੍ਰਹਮ ਸੰਹਿਤਾ ਪੜ੍ਹਦੇ ਹੋ, ਬ੍ਰਹਮ ਸੰਹਿਤਾ ਬ੍ਰਹਮਾ ਜੀ ਨੇ ਲਿਖੀ ਹੈ, ਉਹ 'ਚ ਬ੍ਰਹਮਾ ਜੀ ਕਹਿ ਰਿਹਾ ਈਸ਼ਵਰਾ ਪਰਮ ਕ੍ਰਿਸ਼ਨਾ ਸਚਿਦਾਨੰਦ ਵਿਗ੍ਰਹਾ ਅਨਾਦਿ ਰਾਧਿ ਗੋਵਿੰਦਮ ਸਰਵ ਕਾਰਨ ਕਾਰਨ। ਬ੍ਰਹਮਾ ਜੀ ਕਹਿ ਰਿਹਾ ਕਿ ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਰੱਬ ਦੀ ਪੂਜਾ ਕਰਦੇ ਹੋ, ਕਿ ਮੇਰੇ ਰੱਬ ਤਾਂ ਕ੍ਰਿਸ਼ਨ ਨੇ, ਜਿਨ੍ਹਾਂ ਨੇ ਇੱਕ ਹੱਥ 'ਚ ਬੰਸਰੀ ਫੜੀ ਆ, ਜਿਹੜੇ ਤ੍ਰਿਭੰਗ ਰੂਪ ਦੇ ਵਿੱਚ ਖੜੇ ਨੇ ਔਰ ਜਿਹੜੇ ਆ ਵਰਿੰਦਾਵਨ ਦੇ ਵਿੱਚ ਜਿਹੜੇ ਆ ਲੀਲਾਵਾਂ ਕਰ ਰਹੇ, ਜਿਨ੍ਹਾਂ ਨੇ ਗੋਵਰਧਨ ਪਰਬਤ ਚੁੱਕਿਆ, ਉਹ ਮੇਰੇ ਭਗਵਾਨ ਨੇ ਔਰ ਉਹੀ ਤ੍ਰਿਲੋਕੀ ਦੇ ਸਵਾਮੀ ਨੇ। ਸਾਰੇ ਸ਼ਾਸਤਰ ਇਹ ਕਨਫਰਮ ਕਰ ਰਹੇ ਆ, ਬ੍ਰਹਮ ਸੰਹਿਤਾ ਕਨਫਰਮ ਕਰ ਰਹੀ ਹੈ, ਭਾਗਵਤਮ ਕਨਫਰਮ ਕਰ ਰਹੀ ਹੈ। ਔਰ ਫਿਰ ਭਗਵਦ ਗੀਤਾ 'ਚ ਭਗਵਾਨ ਨੇ ਖੁਦ ਵੀ ਇਹ ਕਹਿ ਦਿੱਤਾ ਕਿ ਮੈਂ ਭਗਵਾਨ ਹਾਂ। ਭਗਵਾਨ ਨੇ ਐਸਟੈਬਲਿਸ਼ ਕਰ ਦਿੱਤਾ ਮੈਂ ਭਗਵਾਨ ਹਾਂ। ਔਰ ਉਸ ਤੋਂ ਬਾਅਦ ਦੂਸਰਾ ਕੁਐਸਚਨ, ਪਹਿਲੀ ਗੱਲ ਤਾਂ ਇਹ ਭਗਵਾਨ ਕ੍ਰਿਸ਼ਨ ਨੇ, ਦੂਸਰਾ ਕੁਐਸਚਨ ਇਹ ਆ ਕਿ ਅਸੀਂ ਆਪਣਾ ਸੰਬੰਧ ਜਿਹੜਾ ਭਗਵਾਨ ਨਾਲ ਕਿੱਦਾਂ ਐਸਟੈਬਲਿਸ਼ ਕਰ ਸਕਦੇ ਹਾਂ। ਅਸੀਂ ਆਪਣਾ ਸੰਬੰਧ ਜਿਹੜਾ ਭਗਵਾਨ ਨਾਲ ਕਿੱਦਾਂ ਐਸਟੈਬਲਿਸ਼ ਕਰ ਸਕਦੇ ਹਾਂ, ਉਹਦਾ ਸਿੰਪਲ ਜਿਹਾ ਇੱਕ ਰਸਤਾ ਆ। ਉਹਦਾ ਰਸਤਾ ਹੈ ਕਿ ਅਸੀਂ ਭਗਵਾਨ ਦੇ ਨਾਲ ਜੁੜਨਾ ਹੈ ਨਾ। ਔਰ ਅਸੀਂ ਕਿੱਦਾਂ ਜੋੜ ਸਕਦੇ ਹਾਂ? ਸਿੰਪਲ ਰਸਤਾ, ਅਸੀਂ ਭਗਵਾਨ ਦਾ ਨਾਮ ਜਪ ਕੇ ਭਗਵਾਨ ਦੇ ਨਾਲ ਜੁੜ ਸਕਦੇ ਹਾਂ। ਹੁਣ ਭਗਵਾਨ ਦਾ ਨਾਮ ਕੀ ਹੈ? ਭਗਵਾਨ ਦੇ ਤਾਂ ਸਾਰੇ ਨਾਮ ਹੈ। ਭਗਵਾਨ ਦੇ ਤੁਸੀਂ ਰਾਮ ਵੀ ਕਹਿ ਸਕਦੇ ਹੋ, ਕ੍ਰਿਸ਼ਨ ਵੀ ਕਹਿ ਸਕਦੇ ਹੋ, ਹਰੀ ਵੀ ਕਹਿ ਸਕਦੇ ਹੋ, ਔਰ ਗੋਬਿੰਦ ਵੀ ਕਹਿ ਸਕਦੇ ਹੋ, ਤੁਸੀਂ ਵਾਹਿਗੁਰੂ ਵੀ ਕਹਿ ਸਕਦੇ ਹੋ, ਤੁਸੀਂ ਅੱਲਾ ਵੀ ਕਹਿ ਸਕਦੇ ਹੋ। ਸਾਰੇ ਹੀ ਨਾਮ ਭਗਵਾਨ ਦੇ ਹਨ। ਵਿਅਕਤੀ ਤਾਂ ਇੱਕ ਹੀ ਹੈ, ਰੱਬ ਤਾਂ ਇੱਕ ਹੀ ਹੈ, ਬਟ ਨਾਮ ਜਿਹੜੇ ਆ ਉਹਨਾਂ ਦੇ ਵੱਖਰੇ ਵੱਖਰੇ ਆ। ਹੁਣ ਪੁਆਇੰਟ ਇਹ ਹੈ ਕਿ ਅਸੀਂ ਭਗਵਾਨ ਨੂੰ ਕਿਹੜੇ ਨਾਮ ਨਾਲ ਸੰਬੋਧਿਤ ਕਰੀਏ। ਅਸੀਂ ਭਗਵਾਨ ਨੂੰ ਅੱਲਾ ਵੀ ਕਹਿ ਸਕਦੇ ਹਾਂ, ਵਾਹਿਗੁਰੂ ਵੀ ਕਹਿ ਸਕਦੇ ਹਾਂ, ਬਟ ਹੁਣ ਇੱਥੇ ਅਸੀਂ ਭਗਵਾਨ ਨੂੰ, ਕਿਉਂਕਿ ਇੱਕ ਜਿਹੜਾ ਭਗਤ ਹੁੰਦਾ ਹੈ ਉਹਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਭਗਵਾਨ ਨੂੰ ਖੁਸ਼ ਕਰਾਂ, ਭਗਵਾਨ ਨੂੰ ਸੈਟੀਸਫਾਈ ਕਰਾਂ। ਤਾਂ ਉਹ ਭਗਤ ਜਿਹੜਾ ਹੈ ਉਹ ਭਗਵਾਨ ਦਾ ਉਹ ਨਾਮ ਲੈਣਾ ਚਾਹੁੰਦਾ ਹੈ ਜਿਹੜਾ ਭਗਵਾਨ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਤਾਂ ਭਗਵਾਨ ਨੂੰ ਕਿਹੜਾ ਨਾਮ ਸਭ ਤੋਂ ਜ਼ਿਆਦਾ ਪਸੰਦ ਹੈ? ਭਗਵਾਨ ਨੂੰ ਕ੍ਰਿਸ਼ਨ ਨਾਮ ਜਿਹੜਾ ਹੈ ਉਹਨਾਂ ਦਾ, ਉਹ ਸਭ ਤੋਂ ਜ਼ਿਆਦਾ ਪਸੰਦ ਹੈ। ਫੋਰ ਐਗਜ਼ਾਮਪਲ, ਤੁਸੀਂ ਆਪਣੇ ਘਰ ਹੋ, ਤੁਹਾਡਾ ਮੰਨ ਲਓ ਤੁਹਾਡਾ ਸਕੂਲ ਦਾ ਨਾਮ, ਲੈਟਸ ਸੇ ਤੁਹਾਡਾ ਸਕੂਲ ਦਾ ਨਾਮ ਗੁਰਮੀਤ ਆ, ਹੈ ਨਾ। ਘਰ ਦਾ ਨਾਮ ਤੁਹਾਡਾ ਗੈਰੀ ਹੈ, ਤਾਂ ਤੁਹਾਨੂੰ ਗੈਰੀ ਸੁਣਨਾ ਜ਼ਿਆਦਾ ਅੱਛਾ ਲੱਗੂਗਾ। ਤੁਹਾਨੂੰ ਜਦੋਂ ਕੋਈ ਆਪਣਾ ਰਿਲੇਟਿਵ ਜਾਂ ਤੁਹਾਡੇ ਕੋਈ ਮੰਮੀ ਜਾਂ ਪਾਪਾ ਤੁਹਾਨੂੰ ਗੈਰੀ ਕਹਿਣਗੇ ਤਾਂ ਤੁਹਾਨੂੰ ਜ਼ਿਆਦਾ ਮਜ਼ਾ ਲੱਗੂਗਾ, ਹੈ ਨਾ। ਉਦਾਂ ਹੀ ਭਗਵਾਨ ਦਾ ਨਾਮ ਵਿਸ਼ਨੂੰ ਵੀ ਹੈ। ਵਿਸ਼ਨੂੰ ਜਿਹੜਾ ਹੈ ਭਗਵਾਨ ਦਾ ਆਫਿਸ ਦਾ ਨਾਮ ਹੈ।
ਜਿਹੜਾ ਭਗਵਾਨ ਦਾ ਘਰ ਦਾ ਨਾਮ ਹੈ ਉਹ ਕ੍ਰਿਸ਼ਨ ਆ। ਜਦੋਂ ਅਸੀਂ ਭਗਵਾਨ ਨੂੰ ਕ੍ਰਿਸ਼ਨ ਕਹਿੰਦੇ ਆ, ਜਦੋਂ ਅਸੀਂ ਭਗਵਾਨ ਨੂੰ ਕ੍ਰਿਸ਼ਨ ਨਾਮ ਨਾਲ ਪੁਕਾਰਦੇ ਆ, ਅਸੀਂ ਵਾਹਿਗੁਰੂ ਨਾਲ ਵੀ ਪੁਕਾਰ ਸਕਦੇ ਆ, ਅਸੀਂ ਅੱਲਾ ਵੀ ਕਹਿ ਸਕਦੇ ਆ, ਅਸੀਂ ਯਹੋਵਾ ਵੀ ਕਹਿ ਸਕਦੇ ਆ, ਲੇਕਿਨ ਜਦੋਂ ਅਸੀਂ ਕ੍ਰਿਸ਼ਨ ਨਾਮ ਨਾਲ ਪੁਕਾਰਦੇ ਆ ਉਦੋਂ ਕੀ ਉਦੋਂ ਭਗਵਾਨ ਕਿਉਂ ਖੁਸ਼ ਹੁੰਦੇ ਆ, ਉਦੋਂ ਉਹਦੇ ਚ ਕੀ ਰੀਜ਼ਨ ਹੈ? ਜਦੋਂ ਅਸੀਂ ਕ੍ਰਿਸ਼ਨ ਬੋਲਦੇ ਆ ਤਾਂ ਭਗਵਾਨ ਨੂੰ ਆਪਣੇ ਜਿਹੜੇ ਵਰਿੰਦਾਵਨ ਦੀਆਂ ਜਿਹੜੀਆਂ ਉਹਨਾਂ ਦੀਆਂ ਲੀਲਾਵਾਂ ਨੇ ਜਾਂ ਜੋ ਵੀ ਉਹਨਾਂ ਦੀਆਂ ਪਾਸ ਟਾਈਮਸ ਨੇ ਉਹ ਸਭ ਯਾਦ ਆ ਜਾਂਦੇ, ਉਹਨਾਂ ਨੂੰ ਆਪਣੇ ਸਾਰੇ ਭਗਤਾਂ ਦੀ ਯਾਦ ਆ ਜਾਂਦੀ ਹੈ ਕ੍ਰਿਸ਼ਨ ਕਹਿੰਦੇ ਹੀ। ਤਾਂ ਇਸ ਕਰਕੇ ਭਗਵਾਨ ਨੂੰ ਜਿਹੜਾ ਆ ਕ੍ਰਿਸ਼ਨ ਨਾਮ ਦੇ ਨਾਲ ਸੰਬੋਧਿਤ ਕੀਤਾ ਜਾਂਦਾ, ਕਿਉਂਕਿ ਜਦੋਂ ਅਸੀਂ ਭਗਵਾਨ ਨੂੰ ਕ੍ਰਿਸ਼ਨ ਬੋਲਦੇ ਆ ਤਾਂ ਭਗਵਾਨ ਬੜੇ ਪ੍ਰਸੰਨ ਹੁੰਦੇ ਨੇ, ਉਹਨਾਂ ਨੂੰ ਸਾਰੀਆਂ ਆਪਣੀਆਂ ਜਿਹੜੀਆਂ ਐਕਟੀਵਿਟੀਜ਼ ਨੇ, ਜਿਹੜੇ ਉਹਨਾਂ ਦੀਆਂ ਪਾਸ ਟਾਈਮਸ, ਜਿਹੜੀਆਂ ਉਹਨਾਂ ਦੀ ਲੀਲਾਵਾਂ ਨੇ ਉਹ ਯਾਦ ਆ ਜਾਂਦੀਆਂ। ਇਸ ਕਰਕੇ ਭਗਵਾਨ ਨੂੰ ਜਿਹੜਾ ਅਸੀਂ ਕ੍ਰਿਸ਼ਨ ਨਾਮ ਦੇ ਨਾਲ ਬੋਲਦੇ ਆ। ਤਾਂ ਅਸੀਂ ਕਿੱਦਾਂ ਜੁੜਾਂਗੇ ਭਗਵਾਨ ਦੇ ਨਾਲ? ਸਿੰਪਲ, ਭਗਵਾਨ ਦੇ ਨਾਲ ਜੁੜਨ ਦਾ ਸਿੰਪਲ ਤਰੀਕਾ ਆ, ਅਸੀਂ ਭਗਵਾਨ ਦਾ ਨਾਮ ਜਪ ਕਰ ਸਕਦੇ ਹਾਂ। ਕੀ ਨਾਮ ਜਪ ਕਰ ਸਕਦੇ ਹਾਂ? ਇਤੀ षोडशका ਨਾਮ ਕਲੀ ਕਲਮਸ਼ ਨਾਸ਼ਨਾ। ਤੋ ਕਲਯੁਗ ਦੇ ਵਿੱਚ ਜਿਹੜਾ 16 ਅਕਸ਼ਰਾਂ ਦਾ ਜਿਹੜਾ ਨਾਮ ਆ ਉਹ ਮੰਤਰ, ਮਹਾ ਮੰਤਰ ਜਿਹਨੂੰ ਕਿਹਾ ਗਿਆ, ਉਹਦਾ ਵਿਧਾਨ ਆ। ਦੇਖੋ ਕਿਉਂਕਿ ਵੱਖਰੇ ਵੱਖਰੇ ਯੁੱਗਾਂ ਦੇ ਵਿੱਚ ਵੱਖਰੇ ਵੱਖਰੇ ਵਿਧਾਨ ਸੀਗੇ। ਜੇ ਸਤਯੁਗ ਦੀ ਗੱਲ ਕਰੋ ਤਾਂ ਲੋਕਾਂ ਦੀ ਜਿਹੜੀ ਉਮਰ ਸੀਗੀ ਉਹ ਲੱਖਾਂ ਸਾਲ ਹੁੰਦੀ ਸੀਗੀ, ਲੋਕ ਲੱਖਾਂ ਸਾਲ ਤਪੱਸਿਆ ਕਰਦੇ ਸੀਗੇ। ਬਟ ਕਲਯੁਗ ਦੇ ਵਿੱਚ ਤਾਂ ਇੰਨੀ ਉਮਰ ਨਹੀਂ, ਤਪੱਸਿਆ ਕਰਨਾ ਵੀ ਪੋਸੀਬਲ ਨਹੀਂ ਆ, 5 ਮਿੰਟ ਵੀ ਕੰਸਨਟਰੇਟ ਕਰਨਾ ਕਿਸੇ ਜਗ੍ਹਾ ਤੇ ਪੋਸੀਬਲ ਨਹੀਂ ਹੈ। ਦੂਜੀ ਗੱਲ ਆ ਕਿ ਉਮਰ ਵੀ ਨਹੀਂ ਹੈ, ਉਹ ਟਾਈਮ ਵੀ ਨਹੀਂ ਹੈ ਕਿਸੇ ਕੋ ਤਪੱਸਿਆ ਕਰਨ ਦਾ, ਇੰਨੀ ਬਿਜ਼ੀ ਲਾਈਫ ਹੈ ਸਾਡੀ। ਦੂਜੀ ਗੱਲ ਹੈ ਜਿਹੜਾ ਯੁੱਗ ਆ, ਪਹਿਲਾਂ ਸਤਯੁਗ ਹੋ ਗਿਆ, ਫਿਰ ਹੋ ਗਿਆ ਤ੍ਰੇਤਾ ਯੁੱਗ। ਤ੍ਰੇਤਾ ਯੁੱਗ ਦੇ ਵਿੱਚ ਵੀ ਕੁਝ ਅਲੱਗ ਪ੍ਰੋਸੀਜਰ ਸੀਗਾ। ਤ੍ਰੇਤਾ ਯੁੱਗ ਦੇ ਵਿੱਚ ਲੋਕ ਯੱਗ ਕਰਦੇ ਸੀਗੇ ਭਗਵਾਨ ਦੀ ਪ੍ਰਸੰਨਤਾ ਦੇ ਲਈ। ਦੁਆਪਰ ਯੁੱਗ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਅਰਚਾ ਵਗੈਰਾ ਦੀ ਪੂਜਾ ਕਰਦੇ, ਮੂਰਤੀ ਪੂਜਾ ਕਰਦੇ ਸੀਗੇ। ਕਲਯੁਗ ਦੇ ਵਿੱਚ ਜਿਹੜਾ ਵਾ, ਕਿਉਂਕਿ ਲੋਕ ਇੰਨੇ ਸ਼ੁੱਧ ਨਹੀਂ ਆ, ਭੂਮੀ ਇੰਨੀ ਸ਼ੁੱਧ ਨਹੀਂ ਆ, ਯੱਗ ਵੀ ਨਹੀਂ ਕੀਤੇ ਜਾ ਸਕਦੇ, ਤਪੱਸਿਆ ਵੀ ਨਹੀਂ ਕੀਤੀ ਜਾ ਸਕਦੀ, ਤਾਂ ਕਲਯੁਗ ਦੇ ਵਿੱਚ ਵਿਧਾਨ ਹੈ ਭਗਵਾਨ ਦੇ ਨਾਮ ਦਾ। ਨਾਮ ਲਵਾਂ ਤੇ ਜੀਵਾਂ, ਵਿਸਰਾਂ ਤੇ ਮਰ ਜਾਵਾਂ। ਗੁਰੂ ਨਾਨਕ ਦੇਵ ਜੀ ਨੇ ਵੀ ਇਹ ਕੋਟ ਕੀਤਾ ਸੀਗਾ ਕਿ ਭਗਵਾਨ ਦਾ ਨਾਮ ਹੀ ਜਿਹੜਾ ਉਹ ਸਰਵੋਪਰੀ ਹੈ। ਭਗਵਾਨ ਦਾ ਨਾਮ ਹੀ ਭਗਵਾਨ ਖੁਦ ਨੇ। ਭਗਵਾਨ ਤੇ ਭਗਵਾਨ ਦੇ ਨਾਮ 'ਚ ਕੋਈ ਫਰਕ ਨਹੀਂ ਆ। ਅਸੀਂ ਕਿੱਦਾਂ ਭਗਵਾਨ ਨਾਲ ਜੁੜ ਸਕਦੇ ਹਾਂ? ਸਿੰਪਲ, ਅਸੀਂ ਸਿੰਪਲ ਬੋਲਣਾ ਅਤੇ ਸੁਣਨਾ। ਬੋਲਣਾ ਕੀ ਹੈ? ਹਰੇ ਕ੍ਰਿਸ਼ਨਾ 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 ਹਰੇ ਹਰੇ, ਹਰੇ ਰਾਮ 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 ਹਰੇ ਹਰੇ। ਜਦੋਂ ਅਸੀਂ ਇਸ ਮਹਾਮੰਤਰ ਦਾ ਜਪ ਕਰਾਂਗੇ ਤਾਂ ਅਸੀਂ ਭਗਵਾਨ ਦੇ ਨਾਲ ਲਿੰਕ, ਅਸੀਂ ਭਗਵਾਨ ਦੇ ਨਾਲ ਜੁੜ ਗਏ। ਕਿੱਦਾਂ ਜੁੜ ਗਏ? ਸਾਨੂੰ ਕਿੱਦਾਂ ਪਤਾ ਲੱਗੂਗਾ ਅਸੀਂ ਜੁੜ ਗਏ? ਇਹ ਐਟ ਏ ਸਡਨ ਤੁਹਾਨੂੰ ਨਹੀਂ ਪਤਾ ਲੱਗੂਗਾ, ਲੇਕਿਨ ਜਦੋਂ ਜਦੋਂ ਤੁਸੀਂ ਐਡਵਾਂਸ ਹੁੰਦੇ ਜਾਓਗੇ, ਜਦੋਂ ਜਦੋਂ ਤੁਸੀਂ ਭਗਵਾਨ ਦੀ ਸੈਟਿਸਫੈਕਸ਼ਨ ਦੇ ਲਈ, ਭਗਵਾਨ ਦੀ ਪ੍ਰਸੰਨਤਾ ਦੇ ਲਈ ਨਾਮ ਜਪੋਗੇ, ਉਦੋਂ ਤੁਹਾਨੂੰ ਖੁਦ ਹੀ ਰਿਅਲਾਈਜੇਸ਼ਨ ਹੋ ਜਾਣਗੇ, ਔਰ ਤੁਹਾਡਾ ਜਿਹੜਾ ਹਿਰਦੇ ਆ, ਤੁਹਾਡਾ ਜਿਹੜਾ ਹਾਰਟ ਆ, ਉਹ ਸ਼ੁੱਧ ਹੋਣਾ ਸ਼ੁਰੂ ਹੋ ਜਾਊਗਾ। ਉਹਦੇ 'ਚ ਚੰਗੀਆਂ ਕੁਆਲਿਟੀਜ਼ ਆਉਣੀਆਂ ਸ਼ੁਰੂ ਹੋ ਜਾਣਗੀਆਂ। ਤੁਸੀਂ ਦੂਸਰਿਆਂ ਬਾਰੇ ਵੀ ਸੋਚਣਾ ਸ਼ੁਰੂ ਕਰੋਗੇ। ਤੁਸੀਂ ਇਹ ਵੀ ਸੋਚੋਗੇ ਕਿ ਮੈਂ ਕਿੱਦਾਂ ਦੂਸਰਿਆਂ ਨੂੰ ਦੱਸਾਂ ਕਿ ਭਗਵਾਨ ਕ੍ਰਿਸ਼ਨ ਨੇ, ਔਰ ਮੈਂ ਉਹਨਾਂ ਦੀ ਲਾਈਫ ਨੂੰ ਕਿੱਦਾਂ ਚੇਂਜ ਕਰਾਂ। ਇਹ ਸਾਰੇ ਗੁਣ ਤੁਹਾਡੇ ਅੰਦਰ ਪ੍ਰਗਟ ਹੋਣਗੇ, ਔਰ ਉੱਥੋਂ ਤੁਹਾਨੂੰ ਪਤਾ ਲੱਗੂਗਾ ਕਿ ਹਾਂ, ਹੁਣ ਮੈਂ ਭਗਵਾਨ ਦੇ ਕੋਲ ਜਾ ਰਿਹਾ, ਮੈਂ ਭਗਵਾਨ ਦੇ ਕਰੀਬ ਜਾ ਰਿਹਾ। ਔਰ ਜਦੋਂ ਕਈ ਐਸੇ ਐਗਜ਼ਾਮਪਲ ਨੇ ਸਾਡੇ ਸ਼ਾਸਤਰਾਂ ਦੇ ਵਿੱਚ ਜਿੱਥੇ ਭਗਵਾਨ ਸਾਕਸ਼ਾਤ ਭਗਵਾਨ ਪ੍ਰਗਟ ਹੋ ਗਏ। 5 ਸਾਲ ਦੇ ਸੀਗੇ ਸਾਡੇ ਪ੍ਰਹਲਾਦ ਮਹਾਰਾਜ, ਜਦੋਂ ਪ੍ਰਹਲਾਦ ਮਹਾਰਾਜ ਨੇ ਨਰਸਿੰਘ ਦੇਵ ਭਗਵਾਨ ਪ੍ਰਗਟ ਹੋ ਗਏ। ਔਰ ਧਰੁਵ ਮਹਾਰਾਜ ਵੀ ਛੋਟੇ ਜਿਹੇ ਸੀਗੇ, ਧਰੁਵ ਮਹਾਰਾਜ ਲਈ ਵੀ ਭਗਵਾਨ ਪ੍ਰਗਟ ਹੋ ਗਏ। ਔਰ ਇੰਨੇ ਨੇ ਡਿਵੋਟਿਸ, ਛੋਟੇ ਛੋਟੇ ਬੱਚਿਆਂ ਦੇ ਲਈ ਇੰਨੀ ਭਗਤੀ ਕੀਤੀ ਉਹਨਾਂ ਨੇ, ਇੰਨਾ ਉਹਨਾਂ ਦਾ ਹਾਰਟ ਸ਼ੁੱਧ ਹੋ ਗਿਆ ਕਿ ਭਗਵਾਨ ਉਹਨਾਂ ਲਈ ਪ੍ਰਗਟ ਹੋ ਗਏ। ਤੇ ਜੇ ਅਸੀਂ ਵੀ ਏਦਾਂ ਹੀ ਭਗਵਾਨ ਦਾ ਨਾਮ ਜਪਾਂਗੇ, ਭਗਵਾਨ ਦਾ ਨਾਮ ਲਵਾਂਗੇ, ਤਾਂ ਭਗਵਾਨ ਸਾਡੇ ਲਈ ਵੀ ਪ੍ਰਗਟ ਹੋ ਸਕਦੇ ਆ। ਜੇ ਭਗਵਾਨ ਗਜੇਂਦਰ ਲਈ ਆ ਸਕਦੇ ਆ, ਗਜੇਂਦਰ ਹਾਥੀ ਸੀਗਾ, ਉਹਨੇ ਭਗਵਾਨ ਨੂੰ ਪ੍ਰੇ ਕੀਤੀ, ਮਤਲਬ ਉਹਦਾ ਪੈਰ ਸੀਗਾ ਜੋ ਉਹ ਇੱਕ ਮਗਰਮੱਛ ਨੇ ਫੜ ਲਿਆ ਸੀਗਾ। ਤੋਂ ਪਿਛਲੇ ਜਨਮ 'ਚ ਗਜੇਂਦਰ ਜਿਹੜਾ ਸੀਗਾ ਬਹੁਤ ਵੱਡਾ ਭਗਤ ਸੀਗਾ, ਤੇ ਗਜੇਂਦਰ ਨੇ ਬੜੀ ਕੋਸ਼ਿਸ਼ ਕੀਤੀ ਆਪਣਾ ਪੈਰ ਛੁਡਾਉਣ ਦੀ। ਮਗਰਮੱਛ ਨੇ ਪੈਰ ਫੜ ਲਿਆ ਉਹਦਾ, ਨਹਾ ਰਿਹਾ ਸੀਗਾ ਉਹ ਤਲਾਬ ਦੇ ਵਿੱਚ ਆਪਣੇ ਸਾਰੇ ਫਰੈਂਡਸ ਦੇ ਨਾਲ, ਰਿਲੇਟਿਵਸ ਦੇ ਨਾਲ। ਤਾਂ ਜਦੋਂ ਉਹਦਾ ਪੈਰ ਫੜ ਲਿਆ ਤੇ ਉਹ ਜਿਹੜਾ ਮਗਰਮੱਛ ਸੀਗਾ ਉਹ ਯਮਰਾਜ, ਸਵੈਮ ਯਮਰਾਜ ਦਾ ਰੂਪ ਹੀ ਸੀਗਾ। ਤਾਂ ਜਦੋਂ ਉਹਨੇ ਫੜ ਲਿਆ, ਉਹਨੇ ਖਿੱਚਿਆ ਗਜੇਂਦਰ ਨੂੰ, ਗਜੇਂਦਰ ਨੇ ਬੜੀ ਕੋਸ਼ਿਸ਼ ਕੀਤੀ, ਬੜੀ ਲੰਬੀ ਉਮਰ ਹੁੰਦੀ ਸੀ ਪਹਿਲਾਂ ਪੁਰਾਣੇ ਯੁੱਗਾਂ ਦੇ ਵਿੱਚ ਹਾਥੀਆਂ ਦੀ ਜਾਂ ਇਹਨਾਂ ਮਗਰਮੱਛਾਂ ਦੀ ਵੀ। ਤਾਂ ਉਹ ਕਾਫੀ ਸਾਲਾਂ ਤੱਕ ਯੁੱਧ ਜਿਹੜਾ ਉਹ ਚੱਲਦਾ ਰਿਹਾ। ਜਿਹੜੇ ਉਹਨੇ ਗਜੇਂਦਰ ਨੇ ਬੜੀ ਕੋਸ਼ਿਸ਼ ਕੀਤੀ ਪਰ ਉਹ ਪੈਰ ਛਡਵਾ ਨਹੀਂ ਪਾਇਆ ਆਪਣਾ। ਉਹ ਸਾਰੇ ਰਿਸ਼ਤੇਦਾਰਾਂ ਨੂੰ ਉਹਨੇ ਪੁੱਛਿਆ, ਆਪਣੇ ਮਤਲਬ ਬੱਚਿਆਂ ਨੂੰ ਉਹਨੇ ਹੈਲਪ ਦੀ ਮੰਗ ਕੀਤੀ, ਪਰ ਕਿਸੇ ਨੇ ਉਹਦੀ ਹੈਲਪ ਨਹੀਂ ਕੀਤੀ। ਤਾਂ ਐਂਡ ਕੀ ਹੋਇਆ, ਜਦੋਂ ਉਹਨੂੰ ਪਤਾ ਲੱਗਾ ਕਿ ਹੁਣ ਮੇਰੇ ਹੱਥੋਂ ਜਿਹੜਾ ਉਹ ਸਰਕ ਰਿਹਾ, ਹੁਣ ਮੈਂ ਮਰ ਸਕਦਾ ਵਾਂ, ਤਾਂ ਉਹਨੇ ਐਂਡ ਤੇ ਜਾ ਕੇ ਕੀ ਕੀਤਾ, ਉਹਨੂੰ ਪੁਰਾਣੇ ਜਨਮ ਦੀ ਆਪਣੀ ਇੱਕ ਪ੍ਰੇਅਰ ਯਾਦ ਸੀਗੀ, ਇੱਕ ਪ੍ਰਾਰਥਨਾ ਯਾਦ ਸੀਗੀ। ਉਹਨੇ ਉੱਥੋਂ ਹੀ ਕਮਲ ਦਾ ਇੱਕ ਫੁੱਲ ਚੁੱਕਿਆ ਤੇ ਭਗਵਾਨ ਨੂੰ ਅਰਪਣ ਕਰ ਦਿੱਤਾ, ਭਗਵਾਨ ਨੂੰ ਦੇ ਦਿੱਤਾ ਕਿ ਭਗਵਾਨ। ਔਰ ਜਿਹੜੀ ਪ੍ਰੇਅਰ ਸੀਗੀ ਉਹਨੂੰ ਯਾਦ, ਉਹ ਪ੍ਰੇਅਰ ਉਹਨੇ ਬੋਲ ਦਿੱਤੀ। ਤੇ ਜਦੋਂ ਉਹਨੇ ਪ੍ਰੇਅਰ ਬੋਲੀ, ਭਗਵਾਨ ਤਾਂ ਵੇਟ ਕਰ ਰਹੇ ਸੀਗੇ। ਜਿੱਦਾਂ ਹੀ ਉਹਨੇ ਪ੍ਰੇਅਰ ਬੋਲੀ, ਭਗਵਾਨ ਉਸੇ ਟਾਈਮ ਉੱਥੇ ਆ ਗਏ, ਉਸੇ ਟਾਈਮ ਉੱਥੇ ਪ੍ਰਗਟ ਹੋ ਗਏ। ਪਹਿਲਾਂ ਤਾਂ ਭਗਵਾਨ ਗਰੁੜ ਤੇ ਬਹਿ ਕੇ ਆ ਰਹੇ ਸੀ। ਗਰੁੜ ਦੀ ਸਪੀਡ ਇੰਨੀ ਹੈ, ਮਨ ਦੀ ਸਪੀਡ ਨਾਲ ਚੱਲਦਾ ਗਰੁੜ। ਤਾਂ ਭਗਵਾਨ ਨੂੰ ਗਰੁੜ ਦੀ ਸਪੀਡ ਵੀ ਸਲੋ ਲੱਗੀ। ਭਗਵਾਨ ਨੇ ਗਰੁੜ ਤੋਂ ਛਲਾਂਗ ਲਗਾ ਕੇ ਦੌੜੇ ਦੌੜੇ ਭਗਵਾਨ ਆਏ। ਔਰ ਜਿੱਦਾਂ ਹੀ ਉਹਨਾਂ ਨੇ ਸੁਦਰਸ਼ਨ ਕੱਢਿਆ, ਉਹ ਜਿਹੜਾ ਮਗਰਮੱਛ ਸੀਗਾ
ਉਹਦਾ ਗਲਾ ਉਹਨਾਂ ਨੇ ਵੱਢ ਦਿੱਤਾ। ਤਾਂ ਜੇ ਭਗਵਾਨ ਗਜੇਂਦਰ ਲਈ ਆ ਸਕਦੇ ਆ, ਭਗਵਾਨ ਪ੍ਰਹਲਾਦ ਲਈ ਆ ਸਕਦੇ ਆ, ਧਰੁਵ ਲਈ ਆ ਸਕਦੇ ਆ, ਤਾਂ ਭਗਵਾਨ ਸਾਡੇ ਲਈ ਵੀ ਆ ਸਕਦੇ ਆ। ਪੁਆਇੰਟ ਇਹ ਆ ਕਿ ਸਾਨੂੰ ਪਹਿਲਾਂ ਤਾਂ ਇਹ ਸਮਝਣਾ ਪਊਗਾ ਕਿ ਅਸੀਂ ਸੰਸਾਰ ਦੇ ਵਿੱਚ ਫਸੇ ਹੋਏ ਹਾਂ। ਅਸੀਂ ਜਿਹੜਾ ਸੰਸਾਰ ਆ, ਜਿਹਨੂੰ ਦੁਖਾਲਯਮ ਸ਼ਾਸ਼ਵਤਮ ਭਗਵਾਨ ਨੇ ਕਿਹਾ, ਇਹ ਇੱਕ ਟੈਂਪਰਰੀ ਵਰਲਡ ਹੈ, ਟੈਂਪਰਰੀ ਦੁਨੀਆ ਵਾ, ਜਿੱਥੇ ਅਸੀਂ ਥੋੜੇ ਟਾਈਮ ਲਈ ਆਏ ਆ। ਇੱਥੇ ਸਾਨੂੰ ਪਰਮਾਨੈਂਟਲੀ ਤੇ ਕੋਈ ਵੀ ਨਹੀਂ ਰਹਿ ਸਕਦਾ। ਇੱਥੇ ਸਾਨੂੰ ਇਹ ਸਮਝਣਾ ਪਏਗਾ ਇਹ ਟੈਂਪਰਰੀ ਸੰਸਾਰ ਆ, ਦੁਖਾਲਯਮ ਹੈ, ਦੁੱਖਾਂ ਦਾ ਘਰ ਹੈ। ਮੈਂ ਸੈਟੀਸਫਾਈ ਨਹੀਂ ਹੋ ਸਕਦਾ ਇਸ ਸੰਸਾਰ ਦੇ ਵਿੱਚ। ਸੈਟਿਸਫੈਕਸ਼ਨ ਹੈ ਤਾਂ ਸਿਰਫ ਭਗਵਾਨ ਦੇ ਵਿੱਚ ਹੈ, ਕਿਉਂਕਿ ਭਗਵਾਨ ਜਿਹੜੇ ਨੇ ਉਹ ਕੰਪਲੀਟ ਨੇ, ਪੂਰਨ ਨੇ। ਔਰ ਪੂਰਨ ਜਿਹੜੀ ਚੀਜ਼ ਪੂਰਨ ਹੁੰਦੀ, ਜਿਹੜੀ ਚੀਜ਼ ਕੰਪਲੀਟ ਹੁੰਦੀ ਹੈ, ਉੱਥੇ ਹੀ ਸਾਨੂੰ ਸੈਟਿਸਫੈਕਸ਼ਨ ਮਿਲ ਸਕਦੀ ਹੈ। ਜਿਹੜੀ ਅੰਦਰ ਹੈਂਕਰਿੰਗ, ਜਿਹੜੀ ਹਮੇਸ਼ਾ ਸਾਡੇ ਅੰਦਰ ਸਕ੍ਰੈਚਿੰਗ ਹੁੰਦੀ ਰਹਿੰਦੀ ਆ ਮਜ਼ੇ ਕਰਨ ਦੀ, ਉਹ ਜਿਹੜੀ ਇੱਛਾ ਵਾ, ਡਿਜ਼ਾਇਰ ਹੈ ਜਿਹੜੀ, ਉਹ ਇਦਾਂ ਪੂਰੀ ਨਹੀਂ ਹੋ ਸਕਦੀ ਜਿੰਨਾ ਚਿਰ ਅਸੀਂ ਭਗਵਾਨ ਦੀ ਸੇਵਾ 'ਚ ਨਹੀਂ ਲੱਗ ਜਾਂਦੇ। ਤਾਂ ਸਾਨੂੰ ਸਮਝਣਾ ਪਊਗਾ ਕਿ ਅਸੀਂ ਸੰਸਾਰ ਦੇ ਵਿੱਚ ਫਸੇ ਹੋਏ ਹਾਂ, ਅਸੀਂ ਆਤਮਾ ਵਾਂ ਔਰ ਅਸੀਂ ਬਹੁਤ ਛੋਟੇ ਹਾਂ। ਕਈ ਲੋਕ ਇਹ ਸਮਝ ਲੈਂਦੇ ਆ ਕਿ ਮਰਨ ਤੋਂ ਬਾਅਦ ਜਿਹੜਾ ਆ ਮਿਲ ਜਾਣਾ ਆ। ਕਈਆਂ ਦੇ ਮਾਈਂਡ ਦੇ ਵਿੱਚ ਇਹ ਕਨਸੈਪਸ਼ਨ ਦੀ ਮਿਸਕਨਸੈਪਸ਼ਨ ਹੁੰਦੀ ਆ ਕਿ ਮਰਨ ਤੋਂ ਬਾਅਦ ਜਿਹੜਾ ਆ ਜੀਵ ਜਿਹੜਾ ਆਤਮਾ ਆ, ਉਹ ਪਰਮਾਤਮਾ ਬਣ ਜਾਂਦਾ ਵਾ। ਉਹ ਜੀਵ ਜਿਹੜਾ ਉਹ ਲਾਈਟ ਹੁੰਦੀ ਆ, ਭਗਵਾਨ ਵੀ ਲਾਈਟ ਹੁੰਦੇ ਆ, ਤਾਂ ਉਹ ਲਾਈਟ ਜਿਹੜੀ ਆ ਭਗਵਾਨ ਦੇ ਨਾਲ ਮਿਲ ਜਾਂਦੀ ਆ। ਇਹ ਇੱਕ ਗਲਤ ਧਾਰਨਾ ਹੈ, ਇਹਨੂੰ ਮਾਇਆਵਾਦ ਫਿਲਾਸਫੀ ਬੋਲਦੇ ਆ। ਮਾਇਆਵਾਦ ਸੁਣੀਵੇ ਹੋਈਵੇ ਸਰਵਨਾਸ਼। ਜੇ ਤੁਸੀਂ ਇਹ ਫਿਲਾਸਫੀ ਸੁਣ ਲਈ, ਇਹ ਫਿਲਾਸਫੀ ਨੂੰ ਸਮਝ ਲਿਆ, ਤੇ ਤੁਸੀਂ ਇਹਦੇ ਰਸਤੇ ਤੇ ਚੱਲਣ ਲੱਗ ਪਏ ਕਿ ਜਿਹੜਾ ਆਤਮਾ ਵਾ ਉਹ ਪਰਮਾਤਮਾ ਬਣ ਜਾਂਦਾ ਮਰਨ ਤੋਂ ਬਾਅਦ, ਤਾਂ ਤੁਹਾਡਾ ਸਰਵਨਾਸ਼ ਨਿਸ਼ਚਿਤ ਹੈ, ਕਿਉਂਕਿ ਤੁਸੀਂ ਨਰਕ ਜਾਓਗੇ। ਕਿਉਂਕਿ ਏਦਾਂ ਹੋ ਹੀ ਨਹੀਂ ਸਕਦਾ। ਦਿਸ ਇਜ਼ ਨਾਟ ਪੋਸੀਬਲ। ਕਿਉਂ ਨਹੀਂ ਪੋਸੀਬਲ? ਕਿਉਂਕਿ ਅਸੀਂ ਰੱਬ ਬਣਨਾ ਚਾਹੁੰਦੇ ਹਾਂ, ਔਰ ਰੱਬ ਅਸੀਂ ਬਣ ਨਹੀਂ ਸਕਦੇ, ਕਿਉਂਕਿ ਰੱਬ ਤਾਂ ਹੁੰਦੇ ਆ, ਰੱਬ ਬਣਿਆ ਨਹੀਂ ਜਾਂਦਾ। ਭਗਵਾਨ ਤਾਂ ਹੈਗੇ ਆ, ਕੋਈ ਬੰਦਾ ਭਗਵਾਨ ਬਣ ਨਹੀਂ ਸਕਦਾ। ਭਗਵਾਨ ਤਾਂ ਸਟਾਰਟਿੰਗ ਤੋਂ ਹੀ ਨੇ। ਭਗਵਾਨ ਦਾ ਨਾ ਕੋਈ ਸਟਾਰਟਿੰਗ ਹੈ, ਨਾ ਕੋਈ ਮਿਡ ਹੈ, ਨਾ ਕੋਈ ਐਂਡ ਹੈ। ਕੋਈ ਟਾਈਮ ਜਿਹੜਾ ਆ, ਟਾਈਮ ਦੇ ਜਿਹੜੀ ਡਾਇਮੈਂਸ਼ਨ ਹੈ, ਟਾਈਮ ਦੇ ਜਿਹੜਾ ਕੀ ਬੋਲਦੇ ਉਹਨੂੰ, ਜਿਹੜਾ ਟਾਈਮ ਤੋਂ ਪਾਰ, ਟਾਈਮ ਤੋਂ ਪਰੇ ਨੇ ਭਗਵਾਨ। ਟਾਈਮ ਦਾ ਭਗਵਾਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਟਾਈਮ ਜਿਹੜੀ ਹੈ ਭਗਵਾਨ ਦੀ ਇੱਕ ਸ਼ਕਤੀ ਹੈ। ਤਾਂ ਭਗਵਾਨ ਬਣਿਆ ਨਹੀਂ ਜਾਂਦਾ, ਅਸੀਂ ਕਦੀ ਭਗਵਾਨ ਨਹੀਂ ਬਣ ਸਕਦੇ। ਤਾਂ ਅਸੀਂ ਜਦੋਂ ਭਗਵਾਨ ਬਣਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਇੱਕ ਅਪਰਾਧ ਹੈ, ਦੈਟਸ ਐਨ ਅਫੈਂਸ। ਤੋਂ ਇਹ ਜਿਹੜੀ ਫਿਲਾਸਫੀ ਹੈ ਗਲਤ ਆ। ਅਸੀਂ ਕਦੀ ਵੀ ਭਗਵਾਨ ਨਹੀਂ ਬਣ ਸਕਦੇ। ਅਸੀਂ ਜੀਵ ਹਾਂ, ਅਸੀਂ ਭਗਵਾਨ ਦੇ ਦਾਸ ਹਾਂ, ਔਰ ਅਸੀਂ ਭਗਵਾਨ ਦੇ ਦਾਸ ਹੀ ਰਵਾਂਗੇ। ਔਰ ਜਿੰਨਾ ਚਿਰ ਅਸੀਂ ਇਸ ਪੋਜੀਸ਼ਨ ਨੂੰ ਦੁਬਾਰਾ ਨਹੀਂ ਸਮਝ ਲੈਂਦੇ, ਉਦੋਂ ਸਾਨੂੰ ਸੰਸਾਰ ਦੇ ਵਿੱਚ ਆਉਣਾ ਹੀ ਪਊਗਾ ਬਾਰ-ਬਾਰ। ਤੁਸੀਂ ਚੰਗੇ ਕਰਮ ਕਰੋਗੇ, ਕਈ ਲੋਕਾਂ ਦੇ ਮਾਈਂਡ 'ਚ ਇਹ ਹੁੰਦਾ ਕਿ ਅਸੀਂ ਚੰਗੇ ਕਰਮ ਕਰਾਂਗੇ ਤੇ ਸਾਨੂੰ ਸਵਰਗ ਮਿਲ ਜਾਊਗਾ। ਅਸੀਂ ਅੱਛੇ ਕਰਮ ਕਰਾਂਗੇ, ਦੂਸਰਿਆਂ ਦਾ ਭਲਾ ਕਰਾਂਗੇ, ਠੀਕ ਆ। ਮਤਲਬ ਜੇ ਤੁਸੀਂ ਚੰਗੇ ਕਰਮ ਕਰੋਗੇ ਤਾਂ ਕੀ ਹੋਊਗਾ? ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਸਵਰਗ ਮਿਲ ਜਾਊਗਾ। ਥੋੜੇ ਸਾਲਾਂ ਲਈ ਸਵਰਗ 'ਚ ਰਹਿ ਲਓਗੇ। ਜਿੱਦਾਂ ਹੁਣ ਇੱਥੇ ਅਰਥ ਦੇ ਉੱਤੇ ਹੋ, ਧਰਤੀ ਦੇ ਉੱਤੇ ਹੋ, ਬਟਾਲੇ 'ਚ ਰਹਿ ਰਹੇ ਹੋ, ਤਾਂ ਤੁਹਾਡੀ 50 ਸਾਲ ਜਾਂ 60 ਸਾਲ ਜੋ ਵੀ ਤੁਹਾਡੀ ਉਮਰ ਹੈ, ਇੱਥੇ ਰਹਿ ਲਿਓ ਤੁਸੀਂ। ਹੈ ਨਾ, ਤੁਸੀਂ ਚੰਗੇ ਕਰਮ ਕੀਤੇ ਤਾਂ ਜਮਰਾਜ ਕਹੂਗਾ ਠੀਕ ਹੈ, ਇਹਨੇ ਚੰਗੇ ਕਰਮ ਕੀਤੇ ਆ, ਇਹਨੂੰ ਸਵਰਗ 'ਚ ਭੇਜ ਦਿਓ। ਇਹਨੂੰ ਕਿੰਨੇ ਸਾਲ ਲਈ ਸਵਰਗ ਭੇਜ ਦਿਓ? ਇਹਨੇ 1000 ਸਾਲ ਲਈ ਸਵਰਗ 'ਚ ਭੇਜ ਦਿਓ। 1000 ਸਾਲ ਸਵਰਗ 'ਚ ਰਹੋਗੇ, ਮੁੜ ਕੇ ਫੇਰ ਤੁਹਾਨੂੰ ਧਰਤੀ ਤੇ ਆਉਣਾ ਹੀ ਪਊਗਾ, ਫੇਰ ਤੁਹਾਨੂੰ ਸਰੀਰ ਲੈਣਾ ਪਊਗਾ। ਇਹ ਸਰੀਰ 'ਚ ਆਉਣਾ ਹੀ ਨਰਕ ਆ। ਜਦੋਂ ਤੁਸੀਂ ਸਰੀਰ ਦੇ ਵਿੱਚ ਆ ਗਏ, ਸਰੀਰ ਦੇ ਵਿੱਚ ਤੁਸੀਂ ਜਨਮ ਲੈ ਲਿਆ, ਜਦੋਂ ਜਨਮ ਲੈ ਲਿਆ ਤਾਂ ਮਤਲਬ ਨਰਕ ਹੈ। ਪੁਨਰਅਪੀ ਜਨਨਮ ਪੁਨਰਅਪੀ ਮਰਨਮ ਪੁਨਰਅਪੀ ਜਨਨੀ ਜਠਰੇ ਸ਼ੈਨਮ। ਅਸੀਂ ਕੀ ਕਰ ਰਹੇ ਹਾਂ? ਅਸੀਂ ਬਾਰ-ਬਾਰ ਜਨਮ ਲੈ ਰਹੇ ਹਾਂ, ਅਸੀਂ ਬਾਰ-ਬਾਰ ਮਰ ਰਹੇ ਹਾਂ। ਪੁਨਰਅਪੀ ਜਨਨਮ, ਬਾਰ-ਬਾਰ ਜਨਮ ਲੈ ਰਹੇ ਹਾਂ, ਬਾਰ-ਬਾਰ ਮਰ ਰਹੇ ਹਾਂ, ਬਾਰ-ਬਾਰ ਮਾਂ ਦੀ ਗਰਭ ਦੇ ਵਿੱਚ ਆ ਰਹੇ ਹਾਂ। ਔਰ ਉਹ ਪੀੜਾ ਜਿਹੜੀ ਆ, ਬੱਚਾ ਕਿੱਦਾਂ ਪਿਆ ਹੁੰਦਾ ਮਾਂ ਦੀ ਗਰਭ ਦੇ ਵਿੱਚ, ਤਾਂ ਇਕੱਠਾ ਹੋ ਕੇ ਪਿਆ ਹੁੰਦਾ। ਜੋ ਤੁਸੀਂ ਪੜ੍ਹੋਗੇ, ਜੋ ਸਾਇੰਸ ਪੜ੍ਹਦੇ ਹੋ ਜਾਂ ਭਾਗਵਤਮ ਪੜ੍ਹਦੇ ਹੋ, ਤਾਂ ਉਹਦੇ ਵਿੱਚ ਬੱਚਾ ਜਿਹੜਾ ਆ ਤੁਹਾਨੂੰ ਪਤਾ ਲੱਗੂਗਾ ਬੱਚਾ ਕਿੱਦਾਂ ਇਕੱਠਾ ਜਾ ਹੋ ਕੇ ਬੱਚਾ ਪਿਆ ਹੁੰਦਾ। ਜੋ ਵੀ ਮਾਂ ਖਾਂਦੀ ਹੈ ਉਹਦੀ ਬੋਡੀ ਦੇ ਉੱਤੇ ਉਹਦਾ ਇਫੈਕਟ ਹੁੰਦਾ। ਜੋ ਵੀ ਮਾਂ ਸੋਚਦੀ ਹੈ ਉਹਦੇ ਮਾਈਂਡ ਦੇ ਉੱਤੇ ਉਹਦਾ ਇਫੈਕਟ ਹੁੰਦਾ। ਔਰ ਉਹ ਪ੍ਰੇ ਕਰ ਰਿਹਾ ਹੁੰਦਾ ਅੰਦਰ ਭਗਵਾਨ ਨੂੰ ਕਿ ਭਗਵਾਨ ਮੈਨੂੰ ਇੱਥੋਂ ਕੱਢੋ ਬਾਹਰ, ਮੈਨੂੰ ਇਸ ਨਰਕ ਚੋਂ ਕੱਢੋ ਬਾਹਰ, ਕਿ ਨਿਕਲਦੇ ਮੈਂ ਤੁਹਾਡੀ ਜਿਹੜੀ ਆ ਭਗਤੀ ਕਰਾਂਗਾ, ਮੈਂ ਤੁਹਾਡੇ ਭਗਤੀ ਦੇ ਵਿੱਚ ਲੱਗ ਜਾਵਾਂਗਾ ਔਰ ਵਾਪਿਸ ਜਿਹੜਾ ਆ ਉਹ ਤੁਹਾਡੇ ਕੋਲ ਆ ਜਾਵਾਂਗਾ। ਬਟ ਜਦੋਂ ਇਹ ਨਿਕਲਦਾ ਆ ਤਾਂ ਉਹਦੀ ਜਿਹੜੀ ਹੈ ਮਾਇਆ, ਜਿਹੜੀ ਹੈ ਮਾਇਆ ਸ਼ਕਤੀ ਦੇ ਪ੍ਰਭਾਵ ਕਾਰਨ ਉਹ ਸਭ ਕੁਝ ਭੁੱਲ ਜਾਂਦਾ। ਭਗਵਾਨ ਨੂੰ ਜਿਹੜੀ ਉਹਨੇ ਪ੍ਰੇਅਰ ਕੀਤੀ ਹੁੰਦੀ ਉਹ ਵੀ ਭੁੱਲ ਜਾਂਦਾ। ਤਾਂ ਹੌਲੀ ਹੌਲੀ ਉਹਦੀ ਆਸਕਤੀ ਜਿਹੜੀ ਹੈ ਉਹ ਆਪਣੇ ਪਿਤਾ ਦੇ ਨਾਲ, ਆਪਣੀ ਮਾਤਾ ਦੇ ਨਾਲ ਹੋ ਜਾਂਦੀ ਹੈ। ਤਾਂ ਉਹ ਅਸਕਤ ਹੋ ਜਾਂਦਾ ਹੈ ਨਾ। ਜਿੱਦਾਂ ਇੱਥੇ ਅਰਜੁਨ ਜਿਹੜਾ ਆ ਉਹ ਸਖਤ ਹੋ ਗਿਆ। ਉਹ ਦੇਖ ਰਿਹਾ ਸਾਹਮਣੇ ਆਪਣੇ ਰਿਸ਼ਤੇਦਾਰਾਂ ਨੂੰ, ਕਹਿੰਦਾ ਮੈਂ ਤਾਂ ਲੜ ਹੀ ਨਹੀਂ ਸਕਦਾ, ਮੇਰੇ ਤੇ ਵਸ ਦਾ ਰੋਗ ਹੀ ਨਹੀਂ ਹੈ, ਮੇਰੇ ਤੋਂ ਚੱਕਰ ਆ ਰਹੇ ਆ, ਮੈਂ ਇਹਨਾਂ ਨੂੰ ਕਿੱਦਾਂ ਮਾਰ ਦਿਆਂ? ਇਹ ਤਾਂ ਮੇਰੇ ਸਾਰੇ ਰਿਸ਼ਤੇਦਾਰ ਨੇ। ਕਿਉਂ ਏਦਾਂ ਕਹਿ ਰਹੇ ਆ? ਵਾਈ ਏਦਾਂ ਕਿਉਂ ਕਹਿ ਰਿਹਾ ਅਰਜੁਨ? ਏਦਾਂ ਇਸ ਕਰਕੇ ਕਹਿ ਰਿਹਾ ਕਿਉਂਕਿ ਉਹ ਅਟੈਚ ਹੈ। ਅਸੀਂ ਵੀ ਅਟੈਚ ਹਾਂ। ਅਸੀਂ ਉਹ ਜਿੱਦਾਂ ਅਰਜੁਨ ਰਾਹ ਤੋਂ ਭਟਕ ਗਿਆ ਆਪਣੇ, ਅਰਜੁਨ ਦਾ ਰਾਹ ਕੀ ਹੈ? ਅਰਜੁਨ ਦਾ ਰਾਹ ਵਾ ਭਗਵਾਨ ਦੀ ਗੱਲ ਮੰਨਣਾ, ਭਗਵਾਨ ਦੀ ਗੱਲ ਮੰਨ ਕੇ ਯੁੱਧ ਕਰਨਾ। ਕਿਉਂਕਿ ਯੁੱਧ ਭਗਵਾਨ ਕਿਉਂ ਕਰ ਰਹੇ? ਧਰਮ ਦੀ ਸਥਾਪਨਾ ਲਈ ਕਰ ਰਹੇ, ਧਰਮ ਸਥਾਪਨਾ ਕਰ ਰਹੇ। ਔਰ ਗੀਤਾ ਦਾ ਜਿਹੜਾ ਇੱਥੇ ਅਰਜੁਨ ਇੱਕ ਤਰ੍ਹਾਂ ਨਾਲ ਰੋਲ ਪਲੇ ਕਰ ਰਿਹਾ। ਅਰਜੁਨ ਨੂੰ ਪਤਾ ਵਾ ਕਿ ਯੁੱਧ ਕਰਨਾ, ਬਟ ਅਰਜੁਨ ਇੱਕ ਰੋਲ ਪਲੇ ਕਰ ਰਿਹਾ ਜਿਹਦੇ ਚ ਕਹਿ ਰਿਹਾ ਕਿ ਮੈਂ ਨਹੀਂ ਭਗਵਾਨ ਲੜ ਸਕਦਾ, ਤਾਂ ਕਿ ਜਿਹੜਾ ਗੀਤਾ ਦਾ ਗਿਆਨ ਆ ਉਹ ਸਾਡੇ ਵਰਗੇ ਲੋਕਾਂ ਨੂੰ, ਬੇਵਕੂਫ ਲੋਕਾਂ ਨੂੰ ਭਗਵਾਨ ਦੇ ਸਕਣ। ਅਰਜੁਨ ਇੱਕ ਮਾਧਿਅਮ ਬਣਿਆ ਹੋਇਆ ਇੱਥੇ।
ਤਾਂ ਪੁਆਇੰਟ ਇਹੀ ਆ ਕਿ ਅਰਜੁਨ ਆਪਣੇ ਰਸਤੇ ਤੋਂ ਭਟਕ ਗਿਆ। ਉਹਦਾ ਜਿਹੜਾ ਰਸਤਾ ਸੀਗਾ ਉਹ ਸੀਗਾ ਯੁੱਧ ਕਰਨਾ, ਪਰ ਅਰਜੁਨ ਕਹਿ ਰਿਹਾ ਮੈਂ ਯੁੱਧ ਨਹੀਂ ਕਰਾਂਗਾ। ਸਾਡਾ ਰਸਤਾ ਕੀ ਹੈ? ਅਸੀਂ ਸੰਸਾਰ ਦੇ ਵਿੱਚ ਆ, ਹਨਾ। ਸਾਡਾ ਮੇਨ ਏਮ ਜਿਹੜਾ ਸਾਡਾ ਜਿਹੜਾ ਰਸਤਾ ਵਾ, ਜਿਹੜਾ ਅਸੀਂ ਫੋਲੋ ਕਰਨਾ ਜਾਂ ਜਿੱਥੇ ਅਸੀਂ ਪਹੁੰਚਣਾ, ਸਾਨੂੰ ਪਤਾ ਹੀ ਨਹੀਂ ਆ। ਅਸੀਂ ਵੀ ਆਪਣੇ ਰਸਤੇ ਤੋਂ ਭਟਕ ਚੁੱਕੇ ਆ। ਆਪਾਂ ਜਾਣਾ ਭਗਵਾਨ ਦੇ ਕੋਲ ਆ, ਭਗਵਾਨ ਦੇ ਧਾਮ ਜਾਣਾ, ਹੈ ਨਾ। ਔਰ ਅਲਟੀਮੇਟਲੀ ਇਹੀ ਏਮ ਆ ਸਾਡੀ ਲਾਈਫ ਦਾ ਜਿਹੜਾ ਅਲਟੀਮੇਟ ਏਮ ਹੈ ਉਹ ਆ ਬੈਕ ਟੂ ਗੋਡਹੈਡ। ਬੈਕ ਟੂ ਗੋਡਹੈਡ ਦਾ ਮਤਲਬ ਅਸੀਂ ਭਗਵਾਨ ਦੇ ਘਰ, ਭਗਵਾਨ ਦੇ ਧਾਮ ਅਸੀਂ ਵਾਪਸ ਜਾਣਾ। ਬਾਈ ਹੁੱਕ ਔਰ ਕਰੁਕ ਸਾਨੂੰ ਜਾਣਾ ਹੀ ਪਏਗਾ। ਅਦਰਵਾਈਜ਼ ਇੱਥੇ ਬਾਰ-ਬਾਰ ਰਹੋਗੇ, ਇੱਥੇ ਜਿੰਨਾ ਚਿਰ ਮਰਜ਼ੀ ਰਹਿ ਲਓ, ਇਹ ਦੁਖਾਲਿਅਮ, ਬਾਰ-ਬਾਰ ਤੁਹਾਨੂੰ ਦੁੱਖ ਸਹਿਣੇ ਪੈਣਗੇ। ਤੁਸੀਂ ਸਵਰਗ ਦੇ ਵਿੱਚ ਥੋੜੇ ਟਾਈਮ ਲਈ ਚਲੇ ਜਾਓਗੇ, ਥੋੜੇ ਟਾਈਮ ਲਈ ਫਿਰ ਤੁਹਾਨੂੰ ਧਰਤੀ ਤੇ ਆਉਣਾ ਪਊਗਾ। ਧਰਤੀ ਤੇ ਆਉਣਾ ਹੀ ਨਰਕ ਹੈ, ਸਰੀਰ ਦੇ ਵਿੱਚ ਆਉਣਾ ਨਰਕ ਹੈ, ਮਾਂ ਦੀ ਗਰਭ ਦੇ ਵਿੱਚ ਆਉਣਾ ਨਰਕ ਹੈ। ਤਾਂ ਜਿੱਦਾਂ ਅਰਜੁਨ ਆਪਣੇ ਰਸਤੇ ਤੋਂ ਭਟਕ ਗਿਆ, ਅਸੀਂ ਵੀ ਆਪਣੇ ਰਸਤੇ ਤੋਂ ਭਟਕੇ। ਸਾਨੂੰ ਪਤਾ ਹੀ ਨਹੀਂ ਕਿ ਅਸੀਂ ਇਸ ਸੰਸਾਰ ਦੇ ਵਿੱਚ ਸੜ ਰਹੇ ਹਾਂ, ਅਸੀਂ ਸੰਸਾਰ ਦੇ ਵਿੱਚ ਦੁਖੀ ਹਾਂ। ਅਸੀਂ ਸੋਚ ਰਹੇ ਅਸੀਂ ਸੁਖੀ ਹਾਂ। ਜਿੱਦਾਂ ਇੱਕ ਉਹ ਹੁੰਦਾ ਨਾ, ਕੀ ਉਹਨੂੰ ਕਹਿੰਦੇ, ਉਹਨੂੰ ਜਿਹੜਾ ਪਿਗ ਹੁੰਦਾ, ਪਿਗ, ਸੂਅਰ ਜਿਹੜਾ ਹੁੰਦਾ, ਉਹ ਟਾਇਲਟ ਖਾ ਰਿਹਾ ਹੁੰਦਾ, ਹਨਾ। ਟਾਇਲਟ ਖਾ ਰਿਹਾ ਹੁੰਦਾ ਔਰ ਉਹਨੂੰ ਉਹ ਚ ਮਜ਼ਾ ਆ ਰਿਹਾ ਹੁੰਦਾ। ਉਹ ਟਾਇਲਟ ਖਾ ਕੇ ਉਹਨੂੰ ਮਜ਼ਾ ਆ ਰਿਹਾ। ਉਹੀ ਮਜ਼ਾ ਸਾਨੂੰ ਪੇਸਟਰੀ ਖਾ ਕੇ ਆ ਰਿਹਾ। ਜੋ ਮਜ਼ਾ ਸੂਅਰ ਨੂੰ ਟਾਇਲਟ ਖਾ ਕੇ ਆ ਰਿਹਾ ਹੈ, ਉਹੀ ਮਜ਼ਾ ਸਾਨੂੰ ਪੇਸਟਰੀ ਖਾ ਕੇ ਆ ਰਿਹਾ। ਕੋਈ ਫਰਕ ਨਹੀਂ ਹੈ ਮਜ਼ੇ ਦੇ ਵਿੱਚ, ਮਜ਼ਾ ਉਹੀ ਹੈ। ਜਿੱਦਾਂ ਤੁਸੀਂ ਦੇਖਿਆ ਹੋਊਗਾ, ਕਈ ਵਾਰ ਕੁੱਤੇ ਜਿਹੜੇ ਹੁੰਦੇ ਉਹ ਨਾਲੀ ਦੇ ਵਿੱਚ ਬੈਠੇ ਹੁੰਦੇ ਆ, ਨਾਲੀ 'ਚ ਬਹਿ ਕੇ ਉਹਨੂੰ ਮਜ਼ਾ ਆ ਰਿਹਾ ਹੁੰਦਾ, ਜਾਂ ਗਿੱਲੀ ਰੇਤ ਦੇ ਉੱਤੇ ਜਿਹੜੇ ਕੁੱਤੇ ਉਹ ਬੈਠੇ ਹੁੰਦੇ ਆ। ਜਿਹੜਾ ਮਜ਼ਾ ਕੁੱਤੇ ਨੂੰ ਗਿੱਲੀ ਰੇਤ ਦੇ ਉੱਤੇ ਬਹਿ ਕੇ ਆ ਰਿਹਾ, ਉਹੀ ਮਜ਼ਾ, ਸੇਮ ਮਜ਼ਾ ਸਾਨੂੰ ਏਸੀ ਵਾਲੇ ਕਮਰੇ 'ਚ ਬਹਿ ਕੇ ਆ ਰਿਹਾ। ਮਜ਼ੇ ਦੇ ਵਿੱਚ ਕੋਈ ਫਰਕ ਨਹੀਂ ਹੈ। ਮਜ਼ੇ ਤਾਂ ਜਾਨਵਰ ਵੀ ਲੈ ਰਹੇ ਆ, ਤੇ ਫਿਰ ਸਾਡੇ ਵਿੱਚ ਤਾਂ ਜਾਨਵਰਾਂ 'ਚ ਕੀ ਫਰਕ ਰਿਹਾ? ਕੋਈ ਫਰਕ ਨਹੀਂ ਰਿਹਾ। ਸਾਡਾ ਜਿਹੜਾ ਮੇਨ ਏਮ ਆ ਜੀਵਨ ਦਾ, ਸਾਡਾ ਜਿਹੜਾ ਲਕਸ਼ ਹੈ ਜੀਵਨ ਦਾ, ਉਹ ਆ ਕਿ ਅਸੀਂ ਇਹ ਸਮਝਣਾ ਵਾ ਕਿ ਅਸੀਂ ਸੰਸਾਰ ਦੇ ਵਿੱਚ ਫਸ ਗਏ ਆ। ਕਿੱਦਾਂ ਫਸੇ ਇਹਦੇ ਬਾਰੇ ਆਪਾਂ ਨਹੀਂ ਸੋਚਾਂਗੇ। ਤੁਸੀਂ ਟੋਏ 'ਚ ਡਿੱਗ ਗਏ, ਮੰਨ ਲਓ ਟੋਏ 'ਚ ਡਿੱਗ ਗਏ, ਤਾਂ ਤੁਹਾਨੂੰ ਤੁਸੀਂ ਇਹ ਥੋੜੀ ਸੋਚੋਗੇ ਮੈਂ ਕਿੱਦਾਂ ਡਿੱਗਾ ਟੋਏ 'ਚ, ਤੁਸੀਂ ਇਹ ਸੋਚੋਗੇ ਮੈਂ ਟੋਏ 'ਚੋਂ ਬਾਹਰ ਕਿੱਦਾਂ ਨਿਕਲਣਾ। ਹੁਣ ਤੁਸੀਂ ਸੰਸਾਰ ਦੇ ਵਿੱਚ ਡਿੱਗ ਗਏ, ਸੰਸਾਰ ਦੇ ਵਿੱਚ ਫਸ ਗਏ। ਹੁਣ ਤੁਹਾਡਾ ਮੇਨ ਏਮ ਇਹੀ ਆ ਕਿ ਮੈਂ ਸੰਸਾਰ 'ਚੋਂ ਨਿਕਲ ਕੇ ਕਿੱਦਾਂ ਭਗਵਾਨ ਦੀ ਸੇਵਾ 'ਚ ਵਾਪਿਸ ਲੱਗ ਸਕਾਂ। ਕਿਉਂਕਿ ਪਹਿਲਾਂ ਤਾਂ ਮੈਂ ਭਗਵਾਨ ਦੀ ਸੇਵਾ ਸੀਗਾ। ਤੁਸੀਂ, ਮੈਂ, ਜਿੰਨੇ ਵੀ ਸੰਸਾਰ ਦੇ ਵਿੱਚ ਜੀਵ ਨੇ, ਕੀੜੇ ਮਕੌੜੇ, ਮੱਛਰ, ਜੋ ਵੀ ਨੇ, ਇਹ ਸਭ ਭਗਵਾਨ ਦੀ ਸੇਵਾ ਦੇ ਵਿੱਚ ਪਹਿਲਾਂ ਲੱਗੇ ਹੋਏ ਸੀ। ਭਗਵਾਨ ਨੂੰ ਰਿਜੈਕਟ ਕਰਕੇ, ਭਗਵਾਨ ਨੂੰ ਛੱਡ ਕੇ, ਕਿਉਂਕਿ ਅਸੀਂ ਸਾਡੇ ਕੋਲ ਫ੍ਰੀ ਵਿਲ ਹੈ। ਫ੍ਰੀ ਵਿਲ ਮਤਲਬ ਅਸੀਂ ਇੰਡੀਪੈਂਡੈਂਟ, ਅਸੀਂ ਜੋ ਕਰਨਾ ਚਾਹੀਏ ਅਸੀਂ ਕਰ ਸਕਦੇ ਹਾਂ। ਭਗਵਾਨ ਵੀ ਸਾਨੂੰ ਉਹਦੇ 'ਚ ਇੰਟਰਫੇਅਰ ਨਹੀਂ ਕਰ ਸਕਦੇ, ਕਿਉਂਕਿ ਭਗਵਾਨ ਵੀ ਇੰਡੀਪੈਂਡੈਂਟ ਨੇ, ਭਗਵਾਨ ਵੀ ਫ੍ਰੀ ਨੇ ਸਭ ਕੁਝ ਕਰਨ ਲਈ। ਅਸੀਂ ਉਹਨਾਂ ਦੇ ਪੁੱਤਰ ਹਾਂ ਤਾਂ ਅਸੀਂ ਵੀ ਫ੍ਰੀ ਹਾਂ ਸਭ ਕੁਝ ਕਰਨ ਲਈ। ਤਾਂ ਭਗਵਾਨ ਵੀ ਸਾਡੀ ਫ੍ਰੀ ਵਿਲ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ। ਸਾਡੀ ਫ੍ਰੀ ਵਿਲ ਆ ਕਿ ਅਸੀਂ ਭਗਵਾਨ ਦੀ ਸੇਵਾ ਕਰੀਏ, ਜਾਂ ਸਾਡੀ ਫ੍ਰੀ ਵਿਲ ਆ ਅਸੀਂ ਮਾਇਆ ਦੀ ਸੇਵਾ ਕਰੀਏ। ਮਾਇਆ ਦੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਮਾਇਆ ਦੀ ਸੇਵਾ ਕਰ ਲਓ, ਭਗਵਾਨ ਦੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਭਗਵਾਨ ਦੀ ਸੇਵਾ ਕਰ ਲਓ। ਮਾਇਆ ਦੀ ਸੇਵਾ ਕਰੋਗੇ ਤਾਂ ਬਾਰ-ਬਾਰ ਦੁੱਖ ਮਿਲਣਗੇ, ਕਿਉਂਕਿ ਭਗਵਾਨ ਕਹਿ ਹੀ ਰਿਹਾ ਦੁਖਾਲਿਅਮ ਸ਼ਾਸ਼ਵਤਮ, ਸੰਸਾਰ ਹੈ ਹੀ ਟੈਂਪਰਰੀ ਹੈ। ਤੇ ਜੇ ਭਗਵਾਨ ਦੀ ਸੇਵਾ ਕਰਾਂਗੇ ਅਸੀਂ, ਤਾਂ ਅਸੀਂ ਪਰਮਾਨੈਂਟਲੀ ਭਗਵਾਨ ਦੀ ਸੇਵਾ 'ਚ ਲੱਗ ਜਾਈਏ, ਤਾਂ ਸਾਡੀ ਜਿਹੜੀ ਜੀਵਨ ਹੈ, ਸਾਡਾ ਜਿਹੜਾ ਮਨੁੱਖੀ ਜਾਮਾ ਜਿਹੜਾ ਸਾਨੂੰ ਮਿਲਿਆ ਹੈ, ਇਹ ਸਾਡਾ ਸਫਲ ਹੋ ਸਕਦਾ। ਤਾਂ ਸਾਨੂੰ ਇਹੀ ਅੱਜ ਦੇ ਲੈਕਚਰ ਤੋਂ, ਜਾਂ ਅੱਜ ਦੀ ਜਿਹੜੀ ਸਾਡੀ ਡਿਸਕਸ਼ਨ ਹੈ ਜੋ ਅਸੀਂ ਕਰ ਰਹੇ ਹਾਂ, ਸਾਨੂੰ ਇਤੋਂ ਇਹੀ ਸਮਝਣਾ ਚਾਹੀਦਾ ਕਿ ਮੈਂ ਕੌਣ ਆ। ਮੈਂ ਕੋਈ ਸੂਰਜ ਨਹੀਂ ਆ, ਜਾਂ ਮੈਂ ਕੋਈ ਗੁਰਮੀਤ ਨਹੀਂ ਆ ਨਾ, ਜਾਂ ਮੈਂ ਕੋਈ ਮੋਹਿਤ ਨਹੀਂ ਆ, ਜਾਂ ਸਾਡੇ ਜੋ ਵੀ ਸਾਡੇ ਨਾਮ ਹੁੰਦੇ ਆ, ਜਾਂ ਮੈਂ ਪ੍ਰਿੰਸੀਪਲ ਨਹੀਂ ਆ, ਮੈਂ ਕੋਈ ਇੰਜੀਨੀਅਰ ਨਹੀਂ ਆ। ਇਹ ਸਾਰੀਆਂ ਇੱਕ ਡੈਜ਼ਿਗਨੇਸ਼ਨਸ ਨੇ, ਇੱਕ ਨੇਮ ਨੇ। ਮੈਂ ਕੌਣ ਆ? ਮੈਂ ਆਤਮਾ ਵਾਂ। ਔਰ ਮੇਰਾ ਕੰਮ ਕੀ ਹੈ? ਮੇਰਾ ਕੰਮ ਹੈ ਭਗਵਾਨ ਦੀ ਸੇਵਾ ਕਰਨਾ। ਅਸੀਂ ਸੇਵਾ ਕਰ ਰਹੇ ਹਾਂ, ਐਕਚੁਅਲੀ ਪੁਆਇੰਟ ਇਹ ਹੈ, ਅਸੀਂ ਸੇਵਾ ਕਰ ਰਹੇ ਹਾਂ। ਜੇ ਤੁਸੀਂ ਭਗਵਾਨ ਦੀ ਸੇਵਾ ਨਹੀਂ ਕਰੋਗੇ ਤਾਂ ਤੁਸੀਂ ਕਿਸੇ ਹੋਰ ਦੀ ਸੇਵਾ ਕਰੋਗੇ। ਫੋਰ ਐਗਜ਼ਾਮਪਲ, ਜਿਹੜਾ ਇੱਕ ਵਿਅਕਤੀ ਜਿਹੜਾ ਆ, ਉਹ ਕੀ ਕਰਦਾ, ਉਹ ਜਾਂ ਤਾਂ ਆਪਣੀ ਫੈਮਿਲੀ ਦੀ ਸੇਵਾ ਕਰਦਾ ਹੈ ਨਾ, ਆਪਣੀ ਮਾਂ ਦੀ ਸੇਵਾ ਕਰੂਗਾ, ਆਪਣੇ ਪਿਤਾ ਦੀ ਸੇਵਾ ਕਰੂਗਾ, ਆਪਣੀ ਵਾਈਫ ਦੀ ਸੇਵਾ ਕਰੂਗਾ, ਆਪਣੇ ਬੱਚਿਆਂ ਦੀ ਸੇਵਾ ਕਰੂਗਾ। ਥੋੜਾ ਜਿਹਾ ਉੱਪਰ ਉੱਡ ਜਾਊਗਾ ਸੇਵਾ ਦੇ ਸਤਰ ਤੋਂ, ਤਾਂ ਆਪਣੇ ਸਮਾਜ ਦੀ ਸੇਵਾ ਕਰੂਗਾ, ਹਨਾ। ਜੇ ਉਹਨੂੰ ਸੇਵਾ ਕਰਨ ਲਈ ਕੋਈ ਨਹੀਂ ਮਿਲਿਆ ਤਾਂ ਕਿਹਦੀ ਸੇਵਾ ਕਰੂਗਾ? ਉਹ ਕੁੱਤੇ ਦੀ ਸੇਵਾ ਕਰੂਗਾ। ਉਹ ਕੁੱਤਾ ਰੱਖ ਲੂਗਾ, ਸਵੇਰੇ ਉਹਨੂੰ ਪੋਟੀ ਕਰਾਉਣ ਜਾਊਗਾ 5 ਵਜੇ, ਹਨਾ, ਫਿਰ ਸ਼ਾਮੀ ਉਹਨੂੰ ਘੁਮਾਉਣ ਜਾਊਗਾ। ਉਹ ਮਤਲਬ ਸਾਡੀ ਜਿਹੜੀ ਨੇਚਰ ਹੈ ਉਹ ਹੈ ਹੀ ਸੇਵਾ ਕਰਨਾ। ਅਸੀਂ ਸੇਵਾ ਕਰਨ ਤੋਂ ਬਗੈਰ ਰਹਿ ਹੀ ਨਹੀਂ ਸਕਦੇ, ਬਿਨਾਂ ਸੇਵਾ ਤੋਂ ਨਹੀਂ ਅਸੀਂ ਰਹਿ ਸਕਦੇ। ਤਾਂ ਇਹ ਸਾਡੀ ਜਿਹੜੀ ਹੈ ਇਟਰਨਲ ਫਾਰਮ, ਜਿਹੜੀ ਹੈ ਆਤਮਾ, ਜਿਹੜੀ ਹੈ ਉਹਦਾ ਕੰਮ ਹੈ ਸੇਵਾ ਕਰਨਾ। ਹੁਣ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਮਾਇਆ ਦੀ ਸੇਵਾ ਕਰਦੇ ਹਾਂ ਜਾਂ ਭਗਵਾਨ ਦੀ ਸੇਵਾ ਕਰਦੇ ਹਾਂ। ਤਾਂ ਜਿਹੜਾ ਤਾਂ ਇੰਟੈਲੀਜੈਂਟ ਹੈ, ਜੇ ਤੇ ਅਸੀਂ ਇੰਟੈਲੀਜੈਂਟ ਹੈ, ਸਾਡੇ ਕੋਲ ਬੁੱਧੀ ਹੈਗੀ ਆ, ਤਾਂ ਫਿਰ ਅਸੀਂ ਮਾਇਆ ਦੀ ਸੇਵਾ ਨਹੀਂ ਕਰਾਂਗੇ, ਅਸੀਂ ਭਗਵਾਨ ਦੀ ਸੇਵਾ ਕਰਾਂਗੇ। ਕਿਉਂਕਿ ਭਗਵਾਨ ਦੀ ਸੇਵਾ ਕਰਕੇ ਹੀ ਅਸੀਂ ਭਗਵਾਨ ਦੇ ਕੋਲ ਵਾਪਸ ਜਾ ਸਕਦੇ ਹਾਂ, ਇਸ ਸੰਸਾਰ ਚੋਂ ਬਾਹਰ ਨਿਕਲ ਸਕਦੇ ਹਾਂ, ਔਰ ਭਗਵਾਨ ਨੂੰ ਸੈਟੀਸਫਾਈ ਕਰ ਸਕਦੇ ਹਾਂ। ਮੇਨ ਸਾਡਾ ਜਿਹੜਾ ਮਕਸਦ ਹੈ ਉਹ ਹੈ ਭਗਵਾਨ ਨੂੰ ਸੈਟੀਸਫਾਈ ਕਰਨਾ। ਇੱਕ ਭਗਤ ਤਾਂ ਇੱਥੋਂ ਤੱਕ, ਜਿਹੜੇ ਸ਼ੁੱਧ ਭਗਤ ਨੇ, ਉਹ ਤਾਂ ਇੱਥੋਂ ਤੱਕ ਕਹਿੰਦੇ ਕਿ ਭਗਵਾਨ ਅਸੀਂ ਤੁਹਾਡੇ ਧਾਮ ਦੇ ਵਿੱਚ ਆਉਣਾ ਨਹੀਂ ਚਾਹੁੰਦੇ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਇੱਥੇ ਰਹੀਏ, ਸੰਸਾਰ ਦੇ ਵਿੱਚ ਰਹੀਏ, ਤੇ ਅਸੀਂ ਇਸ ਸੰਸਾਰ ਦੇ ਵਿੱਚ ਵੀ ਰਹਿਣਾ ਮਨਜ਼ੂਰ ਕਰਾਂਗੇ। ਕਿਉਂ? ਕਿਉਂਕਿ ਭਗਵਾਨ ਜੇ ਸੈਟੀਸਫਾਈਡ ਨੇ, ਭਗਵਾਨ ਜੇ ਖੁਸ਼ ਨੇ, ਆਤਮਾ ਦਾ ਕੰਮ ਹੀ ਹੈ ਭਗਵਾਨ ਨੂੰ ਖੁਸ਼ ਕਰਨਾ। ਜਦੋਂ ਉਹ ਭਗਵਾਨ ਨੂੰ ਖੁਸ਼ ਕਰੂਗਾ ਤਾਂ ਉਹ ਆਪਣੇ ਆਪ ਹੀ ਉਹ ਸੈਟੀਸਫਾਈ ਹੋ ਜਾਊਗਾ।
ਜਿੱਦਾਂ ਤੁਸੀਂ ਸਮੁੰਦਰ ਦੇ ਕੋਲ ਜਾਂਦੇ ਹੋ, ਫੋਰ ਐਗਜ਼ਾਮਪਲ ਸਮੁੰਦਰ ਦੇ ਸਾਹਮਣੇ ਜਾਓਗੇ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਸਮੁੰਦਰ ਮੈਨੂੰ ਠੰਡੀ ਹਵਾ ਨਹੀਂ ਚਾਹੀਦੀ, ਮੈਨੂੰ ਠੰਡੀ ਹਵਾ ਨਾ ਦੇ। ਜੋ ਤੁਸੀਂ ਸਮੁੰਦਰ ਦੇ ਸਾਹਮਣੇ ਚਲੇ ਗਏ ਤਾਂ ਤੁਹਾਨੂੰ ਸ਼ੀਤਲਤਾ ਮਿਲਣੀ ਹੀ ਮਿਲਣੀ ਹੈ, ਤੁਹਾਨੂੰ ਠੰਡੀ ਹਵਾ ਆਣੀ ਹੀ ਆਣੀ ਹੈ, ਤੁਸੀਂ ਉਹਨੂੰ ਰੋਕ ਹੀ ਨਹੀਂ ਸਕਦੇ। ਜੋ ਤੁਸੀਂ ਸਨਲਾਈਟ ਦੇ ਸਾਹਮਣੇ ਚਲੇ ਗਏ, ਮੰਨ ਲਓ ਤੁਸੀਂ ਸੂਰਜ ਦੇ ਸਾਹਮਣੇ ਖੜੇ ਹੋ ਗਏ ਜਾ ਕੇ, ਜੋ ਤੁਸੀਂ ਸੂਰਜ ਦੇ ਸਾਹਮਣੇ ਖੜੇ ਹੋ ਗਏ ਜਾ ਕੇ, ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਗਰਮੀ ਨਾ ਦੇ। जो सन के सामने खड़े हो गए तो गर्मी तो तुहानू मिलनी मिलनी है, क्योंकि सूरज का स्वभाव, अग्नि का स्वभाव ही है हीट देना, गर्म करना, है ना। तो उदा समुद्र का स्वभाव है शीतलता देना, उदा ही भगवान का स्वभाव है आनंद देना। भगवान जिहड़े आ जो आत्मा भगवान नाल जुड़ जांदा तो उहनू आनंद मिलदा, वो सैटिस्फाई हो जाता, वो परमानेंटली ਉਹਦੇ अंदर कोई ਇਹੋ ਜਿਹੀ फिर गल नहीं रह जाती कि ਜਿਹੜੀ पूरी नहीं होंदी, वो पूर्ण हो जाता, पूरी तरह सैटिस्फाई हो जाता और फिर भगवान की सेवा च परमानेंटली लग जाता। तो असीं बुद्धिमान बनना, असीं ये समझना कि असीं कौन, ਅਸੀਂ ਭਗਵਾਨ, ਅਸੀਂ ਆਤਮਾਵਾਂ ਔਰ ਸਾਡਾ ਕੰਮ ਕੀ ਹੈ, ਸਾਡਾ ਕੰਮ ਹੈ ਭਗਵਾਨ ਦੀ ਸੇਵਾ ਕਰਨਾ। ਸਾਡੇ ਤੇ ਡਿਪੈਂਡ ਕਰਦਾ ਅਸੀਂ ਆਤਮਾ ਦੀ ਸੇਵਾ, ਅਸੀਂ ਮਾਇਆ ਦੀ ਸੇਵਾ ਕਰਦੇ ਹਾਂ ਜਾਂ ਭਗਵਾਨ ਦੀ ਸੇਵਾ ਕਰਦੇ ਹਾਂ। ਅਸੀਂ ਭਗਵਾਨ ਦੀ ਸੇਵਾ ਕਰਨੀ ਹੈ। ਜੀਵੇ ਦੇ ਸਰੂਪ ਪਰ ਨਿਤੇਰ ਕ੍ਰਿਸ਼ਨ ਦਾਸ ਜੀਵ ਦਾ ਸਰੂਪ ਹੈ ਕਿ ਕ੍ਰਿਸ਼ਨ ਦਾ ਦਾਸ ਹੈ, ਉਹ ਭਗਵਾਨ ਦੀ ਸੇਵਾ ਕਰਨਾ ਸਾਡਾ ਜਿਹੜਾ ਵਾ ਆਤਮਾ ਦਾ ਕੰਮ ਆ, ਔਰ ਸੇਵਾ ਕਰਕੇ ਹੀ ਅਸੀਂ ਭਗਵਾਨ ਦੇ ਕੋਲ ਜਾ ਸਕਦੇ। ਔਰ ਭਗਵਾਨ ਦੀ ਜਿਹੜੀ ਸਭ ਤੋਂ ਵੱਡੀ ਸੇਵਾ ਆ ਉਹ ਹੈ ਭਗਵਾਨ ਦਾ ਨਾਮ ਲੈਣਾ। ਤਾਂ ਸਾਨੂੰ ਇਹੀ ਸਿੱਖਣਾ ਚਾਹੀਦਾ। ਅਰਜੁਨ ਜਿੱਦਾਂ ਰਾਹ ਤੋਂ ਭਟਕ ਗਿਆ, ਅਸੀਂ ਰਾਹ ਤੋਂ ਨਾ ਭਟਕੀਏ, ਅਸੀਂ ਆਪਣੇ ਰਾਹ ਦੇ ਉੱਤੇ ਰਹੀਏ। ਭਗਵਾਨ ਸਾਨੂੰ ਸੁਜੈਸਟ ਕਰ ਰਹੇ ਗੀਤਾ ਦੇ ਵਿੱਚ ਕਿ ਮੇਰਾ ਸਮਰਨ ਕਰੋ, ਸਤਤਮ ਕੀਰਤੇ ਅੰਤਮਾਮ, ਸदैव ਮੇਰਾ ਸਮਰਨ ਕਰੋ, ਗ੍ਰਹਿ ਥਾਕੋ ਵਨੇ ਥਾਕੋ, ਸਦਾ ਹਰੀ ਬਲੇ ਡਾਕੋ। ਚਾਹੇ ਤੁਸੀਂ ਘਰ ਚੋ, ਚਾਹੇ ਤੁਸੀਂ ਜੰਗਲ ਚੋ, ਚਾਹੇ ਤੁਸੀਂ ਅਮਰੀਕਾ ਚੋ, ਕਿਸੇ ਵੀ ਜਗ੍ਹਾ ਤੇ ਹੋ, ਸदैव ਮੇਰਾ ਜਿਹੜਾ ਚਿੰਤਨ ਆ, ਮੇਰਾ ਜਿਹੜਾ ਨਾਮ ਹੈ ਉਹ ਤੁਹਾਡੇ ਮਨ ਦੇ ਵਿੱਚ ਕੰਟੀਨਿਊਸਲੀ ਚੱਲਦੇ ਰਹਿਣਾ ਚਾਹੀਦਾ। ਇਹੀ ਸਾਡੀ ਲਾਈਫ ਦਾ ਏਮ ਹੈ। ਅਦਰਵਾਈਜ਼ ਤੁਸੀਂ ਸੰਸਾਰ ਦੇ ਵਿੱਚ ਜੋ ਮਰਜ਼ੀ ਕਰ ਲਓ, ਕੋਈ ਵੀ ਚੀਜ਼ ਕਰ ਲਓ, ਤੁਸੀਂ ਸੈਟੀਸਫਾਈ ਨਹੀਂ ਹੋ ਸਕਦੇ। Thank you very much.